ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਕਲਾਸ ਵਿੱਚ ਸ਼ਾਮਲ ਹੋਣ ਲਈ ਆਪ ਸਾਰਿਆਂ ਨੂੰ ਜੀ ਆਇਆਂ। ਗੁਰੂ ਜੀ ਦੀ ਕਿਰਪਾ ਨਾਲ ਬਖਸ਼ਿਸ਼ ਸਦਕਾ ਅਸੀਂ ਨੇਤਾ ਪ੍ਰਤੀ ਸਤਿਗੁਰੂ ਜੀ ਦੀਆਂ ਵਿਚਾਰਾਂ ਸਰਵਣ ਕਰਨ ਲਈ ਆਪੋ 'ਚ ਸਾਂਝੀਆਂ ਕਰਨ ਲਈ ਇਕੱਤਰ ਹੁੰਦੇ ਹਾਂ। ਗੁਰੂ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਗੁਰੂ ਦੀ ਗੱਲ ਕਰੀਏ, ਗੁਰੂ ਦੀ ਗੱਲ ਸੁਣੀਏ, ਕੋਸ਼ਿਸ਼ ਕਰੀਏ ਜੀਵਨ ਵਿੱਚ ਅਮਲੀ ਰੂਪ ਵਿੱਚ ਉਹਨਾਂ ਤੇ ਚੱਲਣ ਲਈ। ਇਸ ਲੜੀ ਵਿੱਚ ਅਸੀਂ ਓਂਕਾਰ ਜੋ ਰਾਮਕਲੀ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਉਸ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਉਹਦੀਆਂ ਪਹਿਲੀਆਂ 30 ਪੌੜੀਆਂ ਦੇ ਵਿਚਾਰ ਅਸੀਂ ਪਿੱਛੇ ਕਰ ਚੁੱਕੇ ਹਾਂ। ਕੱਲ ਦੀ ਜੋ ਵਿਚਾਰ ਅਸੀਂ ਕੀਤੀ ਸੀ, ਕਿਉਂਕਿ ਲੜੀ ਇੱਕੋ ਚੱਲ ਰਹੀ ਹੈ, ਸਤਿਗੁਰੂ ਜੀ ਕਹਿੰਦੇ ਨੇ, ਸਖੀ ਭਟਕ ਭਟਕ ਕੇ ਫਿਰ ਕੇ ਡੋਲ ਡੋਲ ਕੇ ਮੇਰੀ ਜ਼ਿੰਦਗੀ ਬੀਤ ਗਈ ਹੈ, ਮੇਰੇ ਸਰੀਰ ਦਾ ਚੋਲਾ ਪੁਰਾਣਾ ਹੋ ਗਿਆ, ਪਰ ਤ੍ਰਿਸ਼ਨਾ ਦੀ ਅੱਗ ਨਹੀਂ ਬੁਝੀ। ਹੋਰ ਪਾਸੇ ਵੱਲ ਮੈਂ ਹੋਰ ਆਸਰਿਆਂ ਨੂੰ ਦੇਖ ਰਹੀ ਹਾਂ, ਔਰ ਮੇਰੇ ਸਾਰੇ ਹੀ ਹੋਰ ਧਾਰਮਿਕ ਕੰਮ ਵਿਅਰਥ ਚਲੇ ਜਾ ਰਹੇ ਹਨ, ਕਿਉਂਕਿ ਮੈਂ ਇੱਕ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਉਹਦੀ ਯਾਦ ਵਿੱਚ ਨਹੀਂ ਜੁੜੀ। ਕਰਮ ਕਾਂਡ ਕੀਤੇ, ਧਰਮ ਨਹੀਂ ਕਮਾਇਆ, ਕੀਤੇ ਸਭ ਧਰਮ ਦੇ ਨਾਂ ਤੇ ਹਨ, ਲੇਕਿਨ ਇਸ ਕਰਮ ਦੇ ਵਿੱਚੋਂ ਧਰਮ ਦਾ ਜਨਮ ਨਹੀਂ ਹੋਇਆ। ਇਸ ਕਰਕੇ ਕਰਮ ਕਾਂਡ ਬਣ ਗਏ, ਮਕੈਨੀਕਲ ਰੈਪੂਟੇਸ਼ਨ ਬਣ ਗਈ, ਸਾਰੀ ਜ਼ਿੰਦਗੀ ਇਵੇਂ ਲੰਘ ਗਈ। ਜਿੱਥੇ ਤ੍ਰਿਸ਼ਨਾ ਹੈ ਉੱਥੇ ਸੁੱਖ ਨਹੀਂ ਹੈ, ਜਿੱਥੇ ਮਾਇਆ ਦੇ ਬੰਧਨ ਹਨ ਉੱਥੇ ਸੁੱਖ ਨਹੀਂ ਹੈ। ਸੁੱਖ ਉੱਥੇ ਹੈ ਜਿੱਥੇ ਵਾਹਿਗੁਰੂ ਦੀ ਬੰਦਗੀ ਹੈ। ਡੂਗਰ ਵਾਸ ਤਿਖਾ ਕਨੀ ਜਬ ਦੇਖਾ ਨਹੀਂ ਦੂਰ। ਪਰ ਜਦੋਂ ਇਹ ਹਉਮੈ ਦੀਆਂ ਕੰਧਾਂ ਟੁੱਟ ਗਈਆਂ, ਜਦ ਤੱਕ ਹਉਮੈ ਦੀਆਂ ਕੰਧਾਂ ਸਨ, ਹਉਮੈ ਦੇ ਪਹਾੜ ਤੇ ਚੜੀ ਹੋਈ ਸਾਂ, ਉਦੋਂ ਤੱਕ ਮੈਨੂੰ ਰੱਬ ਦੂਰ ਨਜ਼ਰ ਆਉਂਦਾ ਸੀ, ਕੰਧ ਦੂਰ ਨਜ਼ਰ ਆਉਂਦਾ ਸੀ। ਪਰ ਜਦੋਂ ਮੈਨੂੰ ਇਹ ਸਮਝ ਆ ਗਈ ਕਿ ਰੱਬ ਨੇੜੇ ਹੈ, ਦੂਰ ਨਹੀਂ ਹੈ, ਫਿਰ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਿਆ, ਤੇ ਗੁਰੂ ਦੇ ਸ਼ਬਦ ਨਾਲ ਮਨ ਵਿੱਚ ਵਸਣ ਕਰਕੇ ਆਤਮਿਕ ਨਾਮ ਜਲ ਮੇਰੇ ਹਿਰਦੇ ਵਿੱਚ ਵਸਿਆ, ਗਟਾ ਗਟ ਕਰਕੇ ਮੈਂ ਉਸਨੂੰ ਪੀ ਲਿਆ।
ਤੇ ਤਿਖਾ ਤ੍ਰਿਸ਼ਨਾ ਦੀ ਉਹ ਅੱਗ ਜਿਹੜੀ ਬਲ ਰਹੀ ਸੀ ਉਹ ਬੁਝ ਗਈ। ਡੂਗਰ ਵਾਸ ਤਿਖਾ ਘਨੀ ਜਬ ਦੇਖਾ ਨਹੀਂ ਦੂਰ, ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ। ਜਦੋਂ ਮਨ ਵਿੱਚ ਸ਼ਬਦ ਦਾ ਵਾਸਾ ਹੋਇਆ, ਤਿਖਾ ਉਤਰ ਗਈ, ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਇਹ ਪਿਆਸ ਮੁੱਕ ਗਈ, ਦੌੜ ਭੱਜ ਖਤਮ ਹੋ ਗਈ। ਫਿਰ ਘਟਾਘਟ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਦਾ ਆਨੰਦ ਲੈ ਲਿਆ। ਸਾਰੇ ਮੰਗਦੇ ਨੇ, ਪਰ ਮਾਲਕ ਦਿੰਦਾ ਕਿਸ ਨੂੰ ਹੈ? ਉਸ ਨੂੰ ਜਿਸ ਨੇ ਆਪਾ ਆਪ ਅਰਪਣ ਕੀਤਾ ਹੈ। ਉੱਪਰਲੀਆਂ ਮੰਗਾਂ ਦੇ ਨਾਲ ਮਾਲਕ ਪ੍ਰਸੰਨ ਨਹੀਂ ਹੁੰਦਾ। ਉਹਨੂੰ ਰਜਾਉਣ ਲਈ, ਉਹਨੂੰ ਪ੍ਰਸੰਨ ਕਰਨ ਲਈ ਆਪਣਾ ਆਪ ਸੌਂਪਣਾ ਪੈਂਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਦੀ ਅਵਸਥਾ ਤੇ ਪਹੁੰਚਣਾ ਪੈਂਦਾ ਹੈ। ਜਿਸ ਮਾਲਕ ਜਿਸ ਤੇ ਤਰੁੱਠ ਕੇ ਗੁਰੂ ਦੀ ਰਾਹੀਂ ਇਹ ਆਤਮਿਕ ਜੀਵਨ ਦੇ ਨਾਮ ਦੀ ਦਾਤ ਦਿੰਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਲੈਂਦਾ ਹੈ। ਅੱਗੇ ਫਿਰ ਅੱਜ ਉਸੇ ਲੜੀ ਨੂੰ ਤੋਰਦੇ ਹੋਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਗਲੀ ਪੌੜੀ ਇਸ ਤਰ੍ਹਾਂ ਬਿਆਨ ਕੀਤੀ ਹੈ। ਢੰਡੋਲਤ ਢੂੰਡਤ ਹੋ ਫਿਰੀ, ਢਹਿ ਢਹਿ ਪਵਨ ਕਰਾਰ, ਭਾਰੇ ਢਹਿਤੇ ਢਹਿ ਪੇ, ਹੋਲੇ ਨਿਕਸੇ ਪਾਰ। ਅਮਰ ਅਜਾਚੀ ਹਰ ਮਿਲੇ, ਤਿਨ ਕੈ ਹੋਂ ਬਲ ਜਾਉ, ਤਿਨ ਕੀ ਧੂੜ ਆਕੁਲੀਐ, ਸੰਗਤ ਮੇਲ ਮਿਲਾਓ। ਮਨ ਦੀਆ ਗੁਰ ਆਪਣੈ, ਪਾਇਆ ਨਿਰਮਲ ਨਾਉ, ਜਿਨ ਨਾਮ ਦਿਆ ਤਿਸ ਸੇਵ ਸਾਂ, ਤਿਸ ਬਲਿਹਾਰੇ ਜਾਉ। ਜੋ ਉਸਾਰੇ ਸੋ ਢਾਸੀ, ਤਿਸ ਬਿਨ ਅਵਰ ਨ ਕੋਈ, ਗੁਰ ਪ੍ਰਸਾਦੀ ਤਿਸ ਸੰਭਲਾ, ਤਾਂ ਤਨ ਦੁਖ ਨਾ ਹੋਏ। ਜੋ ਉਸਾਰੇ ਸੋ ਢਾਸੀ, ਤਿਸ ਬਿਨ ਅਵਰ ਨ ਕੋਈ, ਗੁਰ ਪ੍ਰਸਾਦੀ ਤਿਸ ਸੰਭਲਾ, ਤਾਂ ਤਨ ਦੁਖ ਨਾ ਹੋਏ। ਅੱਜ ਦੇ ਇਸ ਪਾਵਨ ਬਚਨ ਵਿੱਚ ਸਤਿਗੁਰੂ ਜੀ ਉਸ ਲੜੀ ਨੂੰ ਜੋ ਕੱਲ ਆਪਾਂ ਛੱਡੀ ਸੀ ਅੱਗੇ ਤੋਰਦੇ ਹਨ। ਕਹਿੰਦੇ ਨੇ, ਹੇ ਪਾਂਡੇ ਦੇਖ, ਇਹ ਤ੍ਰਿਸ਼ਨਾ ਦੀ ਅੱਗ ਵਿੱਚ ਦੁਨੀਆ ਕਿਵੇਂ ਸੜ ਰਹੀ ਹੈ। ਦੁਨੀਆ ਕਿਵੇਂ ਇਸ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ। ਕਦੀ ਖਿਆਲ ਕੀਤਾ, ਦੇਖਿਆ? ਸੰਸਾਰ ਵਿੱਚ ਘੁੰਮ ਕੇ ਦੇਖ, ਫਿਰ ਕੇ ਦੇਖ। ਮੈਂ ਤਾਂ ਇਸ ਜਗਤ ਵਿੱਚ ਹਰ ਜਗ੍ਹਾ ਇਸੇ ਗੱਲ ਨੂੰ ਵੇਖ ਰਹੀ ਹਾਂ, ਹਰ ਥਾਂ ਤੇ ਹੀ ਵੇਖਿਆ ਕਿ ਇਸ ਤ੍ਰਿਸ਼ਨਾ ਦੀ ਅੱਗ ਵਿੱਚ ਦੁਨੀਆ ਸੜ ਰਹੀ ਹੈ। ਔਰ ਇਸ ਸੰਸਾਰ ਸਾਗਰ ਵਿੱਚ ਅਨੇਕਾਂ ਹੀ ਮਨੁੱਖ ਡੁੱਬਦੇ ਜਾ ਰਹੇ ਹਨ। ਭਾਵ ਉਹਨਾਂ ਨੂੰ ਪਰਲਾ ਕਿਨਾਰਾ ਨਹੀਂ ਲੱਭਦਾ। ਇਸ ਸੰਸਾਰ ਸਾਗਰ ਦੇ ਵਿੱਚ ਉਹਨਾਂ ਨੂੰ ਪਰਲਾ ਕਿਨਾਰਾ ਲੱਭਦਾ ਨਹੀਂ, ਡੁੱਬਦੇ ਹੀ ਜਾ ਰਹੇ ਨੇ। ਢੰਡੋਲਤ ਢੂੰਡਤ, ਢੂੰਡਦਿਆਂ ਢੂੰਡਦਿਆਂ, ਬਹੁਤ ਢੂੰਡੇ, ਹੋਂ ਫਿਰੀ, ਮੈਂ ਬਹੁਤ ਫਿਰੀ, ਲੱਭਦਿਆਂ 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 ਵੀ ਸ਼ਾਇਦ ਕੋਈ ਮੈਨੂੰ ਟਿਕਾਣਾ ਲੱਭ ਜਾਏ। ਪਰ ਮੈਂ ਦੇਖਿਆ ਕੀ ਹੈ? ਦੇਖਿਆ ਕੀ ਹੈ ਕਿ ਤ੍ਰਿਸ਼ਨਾ ਦੇ ਇਸ ਮਾਇਆ ਦੀ ਪੋਟਲੀ ਹਰ ਬੰਦੇ ਨੇ ਸਿਰ ਤੇ ਚੁੱਕੀ ਹੋਈ ਹੈ।
ਔਰ ਇਸ ਚੁੱਕੀ ਹੋਈ ਪੋਟਲੀ ਨਾਲ ਉਹ ਦੁਨੀਆ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਰਿਹਾ ਹੈ। ਮੈਨੂੰ ਕੋਈ ਲੱਭਾ ਹੀ ਨਹੀਂ ਜਿਸ ਨੇ ਇਸ ਮਾਇਆ ਦੀ ਪੋਟਲੀ ਨੂੰ ਛੱਡਿਆ ਹੋਵੇ ਜਾਂ ਆਪਣੇ ਸਿਰ ਤੋਂ ਲਾਈ ਹੋਵੇ। ਤੇ ਢਹਿ ਢਹਿ ਦਾ ਅਰਥ ਕੀ ਹੈ? ਵੀ ਅਨੇਕਾਂ ਹੀ, ਢਹਿ ਪਵਨ ਅਨੇਕਾਂ ਹੀ, ਬਹੁਤ ਡਿੱਗ ਪੈਂਦੇ ਹਨ। ਢਹਿ ਦਾ ਅਰਥ ਹੁੰਦਾ ਡਿੱਗਣਾ, ਤੇ ਢਹਿ ਪਵਨ ਡਿੱਗ ਰਹੇ ਹਨ ਅਨੇਕਾਂ ਹੀ, ਬਹੁਤੇ ਲੋਕ। ਕਰਾਰ ਦਾ ਅਰਥ ਹੁੰਦਾ ਉਰਲਾ ਪਾਸਾ, ਉਰਲਾ ਕੰਢਾ। ਇਸ ਸਾਗਰ ਦੇ ਉਰਲੇ ਕੰਢੇ ਤੇ ਹੀ ਡਿੱਗੇ ਹੋਏ ਹਨ। ਪਾਰ ਤਾਂ ਕੀ ਕਰਨਾ ਸੀ, ਕਿਨਾਰੇ ਤੇ ਜਾਂਦਿਆਂ ਸਾਰ ਹੀ ਡਿੱਗ ਪਏ, ਡੁੱਬ ਗਏ। ਦੇਖਿਆ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ, ਜਿਹੜੀ ਬਾਣੀ ਅਸੀਂ ਰੋਜ਼ ਰਹਿਰਾਸ ਸਾਹਿਬ ਪਾਠ ਕਰਦੇ ਹਾਂ, ਉਹਦੇ ਵਿੱਚ ਵੀ ਇਹ ਗੱਲ ਕਹੀ ਹੈ, ਹਮ ਦੇਖਾ, ਅਸੀਂ ਵੇਖਿਆ, ਤਾਂ ਡੂਬਿਆ ਲੈ ਕਿੱਥੇ? ਤਿਤ ਸਰਵੜਾ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਖ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਾਂ ਡੂਬਿਆ ਲੈ। ਦੇਖਦਿਆਂ ਦੇਖਦਿਆਂ ਹੀ ਅਨੇਕਾਂ ਲੋਕਾਂ ਦੀ ਡੁੱਬ ਰਹੀ ਹੈ। ਇਹ ਭਾਂਡੇ, ਇਹ ਦੁਨੀਆ ਵੇਖਣ ਨੂੰ ਤਾਂ ਬੜੀ ਹੀ ਸੁਹਾਵਣੀ ਹੈ, ਖੂਬਸੂਰਤ ਗੁਲਜ਼ਾਰ ਜੀ ਲੱਗਦੀ ਹੈ। ਦੁਨੀਆ ਵੇਖਣ ਨੂੰ ਬੜੀ ਖੂਬਸੂਰਤ ਗੁਲਜ਼ਾਰ ਲੱਗਦੀ ਹੈ, ਪਰ ਇਸ ਦਾ ਮੋਹ ਤੇ ਤ੍ਰਿਸ਼ਨਾ ਅਸਲ ਵਿੱਚ ਇਹਦੇ ਵਿੱਚ ਲੁਕਵੇਂ ਰੂਪ ਵਿੱਚ ਅੱਗ ਬਲ ਰਹੀ ਹੈ। ਉਹ ਹੈ ਮੋਹ ਦੀ, ਤ੍ਰਿਸ਼ਨਾ ਦੀ ਅੱਗ, ਇੱਥੇ ਲੁਕਵੇਂ ਰੂਪ ਵਿੱਚ ਬਲ ਰਹੀ ਹੈ। ਤੇ ਜੋ ਅੰਦਰ ਹੀ ਅੰਦਰ ਮਨੁੱਖ ਦੇ ਮਨ ਵਿੱਚ ਧੁਖਦੀ ਰਹਿੰਦੀ ਹੈ, ਇਸ ਤ੍ਰਿਸ਼ਨਾ ਦੀ ਅੱਗ ਨਾਲ ਧੁਖਦਿਆਂ ਧੁਖਦਿਆਂ ਅੰਦਰ ਨੂੰ ਸਾੜ ਰਹੀ ਹੈ। ਤੇ ਇਸ ਲੁਕੀ ਹੋਈ ਗੁੱਝੀ ਭਾਅ ਦੇ ਵਿੱਚ ਫਸੇ ਹੋਏ ਮਨੁੱਖਾਂ ਨੂੰ ਜ਼ਿੰਦਗੀ ਦੇ ਰਸਤੇ ਦੀ ਕੋਈ ਸੂਝ-ਬੂਝ ਹੀ ਨਹੀਂ ਰਹਿੰਦੀ। ਜ਼ਿੰਦਗੀ ਦਾ ਸਹੀ ਰਸਤਾ ਕੀ ਹੈ, ਇਸ ਬਲ ਦਾ ਕੋਈ ਪਤਾ ਨਹੀਂ ਲੱਗਦਾ। ਬਸ ਉਹੀ ਸੋਚਦੇ ਨੇ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੈ, ਜੋ ਅਸੀਂ ਚੱਲ ਰਹੇ ਹਾਂ ਉਹ ਠੀਕ ਹੈ, ਲੋ ਇਸ ਤੋਂ ਬਿਨਾਂ ਗੁਜ਼ਾਰਾ ਥੋੜੀ ਹੁੰਦਾ ਹੈ, ਇਸ ਤੋਂ ਬਿਨਾਂ ਸੰਸਾਰ ਵੀ ਥੋੜੀ ਰਹਿ ਸਕੀਦਾ ਹੈ, ਇਸ ਤੋਂ ਬਿਨਾਂ ਸੰਸਾਰ ਵਿੱਚ ਇੱਜ਼ਤ ਥੋੜੀ ਬਣਦੀ ਹੈ। ਇਸ ਗੁੱਝੀ ਭਾਅ ਨੇ ਅੰਦਰੋਂ ਮਨੁੱਖ ਨੂੰ ਇਸ ਪਾਸੇ ਰੋੜਿਆ ਹੋਇਆ। ਜ਼ਿੰਦਗੀ ਦੇ ਅਸਲੀ ਸਹੀ ਰਸਤੇ ਦੀ ਕੋਈ ਪਤਾ ਹੀ ਨਹੀਂ ਲੱਗਦਾ, ਸੂਝ-ਬੂਝ ਹੀ ਨਹੀਂ ਰਹਿੰਦੀ। ਅੱਖਾਂ ਦੇ ਸਾਹਮਣੇ ਇੱਕ ਨਹੀਂ, ਅਨੇਕਾਂ ਹੀ ਜੀਵ ਇਸ ਤ੍ਰਿਸ਼ਨਾ ਦੀ ਪੰਡ ਨੂੰ ਆਪਣੇ ਸਿਰ ਤੇ ਚੁੱਕੀ ਇਸ ਭਾਰ ਨਾਲ ਹੀ ਸੰਸਾਰ ਦੀ ਇਸ ਅੱਗ ਵਿੱਚ ਸੜ ਰਹੇ ਹਨ। ਇੱਕ ਨਹੀਂ, ਦੋ ਨਹੀਂ, ਅਨੇਕਾਂ ਹੀ। ਮੈਂ ਤਾਂ ਵੇਖਿਆ, ਕਹਿੰਦੇ ਫਿਰ ਕੇ ਵੇਖ ਲਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤਾਂ ਫਿਰ ਕੇ ਗੱਲ ਵੇਖੀ ਹੈ ਵੀ ਇੱਕ ਨਹੀਂ, ਅਨੇਕਾਂ ਹੀ ਜੀਵ ਇਸ ਤ੍ਰਿਸ਼ਨਾ ਦੀ ਮੋਹ ਦੀ ਪੰਡ ਨੂੰ ਆਪਣੇ ਸਿਰ ਤੇ ਚੁੱਕ ਕੇ ਉਹਦੇ ਭਾਰ ਨਾਲ ਹੀ ਇਸ ਸੰਸਾਰ ਦੀ ਅੱਗ ਰੂਪੀ ਸਾਗਰ ਵਿੱਚ ਸੜ ਰਹੇ ਹਨ, ਇਸ ਵਿੱਚ ਸੜ ਰਹੇ ਹਨ। ਬਿਰਲਾ ਭਾਗਾਂ ਵਾਲਾ ਹੈ ਜਿਸ ਉੱਤੇ ਕਿਤੇ ਸਾਈਂ ਮਿਹਰ ਕਰ ਦੇਵੇ, ਉਹਨੂੰ ਇਹ ਸੱਚ ਸਮਝ ਆਉਂਦਾ, ਇਹ ਲੁਕੀ ਹੋਈ ਅੱਗ ਦਾ ਉਹਨੂੰ ਪਤਾ ਲੱਗਦਾ। ਤੇ ਫਿਰ ਜਦੋਂ ਪਤਾ ਲੱਗ ਜਾਂਦਾ, ਫਿਰ ਸਿਰ ਤੇ ਚੁੱਕੀ ਹੋਈ ਇਸ ਤ੍ਰਿਸ਼ਨਾ ਦੀ ਪੋਟਲੀ ਨੂੰ, ਮਾਇਆ ਦੀ ਪੋਟਲੀ ਨੂੰ ਚੁੱਕ ਕੇ ਪਰਾਂ ਸੁੱਟ ਦਿੰਦਾ ਹੈ। ਬੜਾ ਕਮਾਲ ਦੇ ਬੋਲ ਲਿਖੇ ਬਾਬਾ ਫਰੀਦ ਜੀ ਨੇ। ਫਰੀਦਾ ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਦਰਵੇਸ਼ੀ ਬੜੀ ਔਖੀ ਹੈ, ਉਹਦੇ ਦਰ ਦੀ ਦਰਵੇਸ਼ੀ ਬੜੀ ਔਖੀ ਹੈ। ਫਰੀਦਾ ਦਰ ਦਰਵੇਸ਼ੀ ਗਾਖੜੀ, ਇਹ ਦੂਜਾ ਹੀ ਸਲੋਕ ਹੈ ਸ਼ੇਖ ਫਰੀਦ ਜੀ ਦਾ, ਜਿੱਥੋਂ ਉਹਨਾਂ ਨੇ ਸ਼ੁਰੂ ਕੀਤੇ। ਕਹਿੰਦੇ ਦਰਵੇਸ਼ੀ ਬੜੀ ਔਖੀ ਹੈ,
पर मैं की करदा, चलना दुनिया भत। मैं भी दुनिया वांगू इस पोटली नूं चुकिया होया है ते दुनिया वांगू मैं भी तुर रहा हाँ। दुनिया वांगू मैं भी इहदे विच इसे तरह ही विचर रहा हाँ। बन उठाई पोटली किथे मंजा घत। ते मैं भी चुकी ये पोटली चुकी हुई है, दस किथे ये पोटली नूं सुट्टा, किथे पहुंचागा मैं। तो जी ये ऐसा रास्ता है, ऐसा मार्ग है जिथे बंदा एक सुजाखे बंदे लिए लंघना भी औखा है। गुरु नानक पातशाह ने एक होर शब्द विच गल समझाई है, कहते अंदले भार उठाया डूंगर वाट बहुत। अंदले भार उठाया, बड़ी औखी पहाड़ी रास्ता, उच्चा रास्ता, डूंगर वाट है, भार बहुत है, सिर उत्ते भार चुकिया है। अंदले अन्ना अन्ना मनुख, एक सुजाचा मनुख जिसनों नजर आउंदा है ਉਹਦੇ सिर ते भी भार होवे ते ਉਹਨੇ पहाड़ी रस्ते ते चढ़ना होवे, बड़ा औखा है, बड़ी नामुमकिन है। डर हर वे बनया रहिंदा है इस पहाड़ी रस्ते विचों थल्ले डिगन दा। पर एक अन्ना होवे जिन्हों रस्ता ही नहीं दिसता, रस्ता भी पहाड़ दा औखा होवे ते ਉਹ सिर उत्ते भार पोटली चुक लवे, भार दी पंड चुक लवे ते की वो चढ़ जाएगा। बड़े कमाल दे बोल ने, कहंदे ने अंधले भार उठाया डूगर वाट बहुत, अखी लोड़ी नाल हां हूं चढ़ लंगा कित। दसो मैं किवें लंघ जावांगा, कोई लंघ सकदा है? मेरा तो कोई काम भी ठीक नहीं। मैं तो उस कहण दे भांडे वर्गा हाँ जिहड़ा बाहरों बड़ा चमकदा है लेकिन अंदरों उंगल फिर वो कालख है। मैं तो उस कहण दे भांडे वर्गा हाँ। गुरु पातशाह जी जदों सज्जन कोल गए, सज्जन जदों सज्जन की असलीयत सतगुरु जानते सन, गुरु नानक देव महाराज गुरु पातशाह गुरु नानक साहब जी असलीयत जानते सन। सतगुरु जी जदों सज्जन ने सेवा आओ भगत की जिमें वो करता सी, अंदर तो अग बलदी है, बाहरों चोपड़ी प्रीत की हुई है, अंदर अग बलदी है। दरवेशी गाखड़ी है, औखी है कमाउणी, बाहरों बाहरों दिखावा करना बड़ा सौखा है। तो गुरु पातशाह जी ने जो शब्द उच्चारण किया ਉਹਦੀ असलीयत खोल के सामने रख दी। उजल कैहा चिलकना घोटम कालड़ी मस, धोतियां झूठ ना उतरे जे सो धोआ तिस। सो वारी भी धोलवा की कालख तो दूर नहीं होनी। रहाओ की पंक्ति है, सज्जन सही नाल मैं चलदियां नाल चलन, जिथे लेखा मंगिया तिथे खड़े दे सन। ये टेक है जिथे गुरु पातशाह जी ने शब्द गायन किया। सज्जन ने सुनिया बार बार सज्जन सही जो दोहराया जाता रहा, गल तो पूरी समझ ना आई लेकिन ये गल उहदे दिमाग से चली गई। इस फकीर नूं मेरे अंदर की असलीयत पता लग गई है कि सज्जन सज्जन कह के मैनू मेरा नाम लैके मैनू कुछ गल्लां कर रहे हैं। असलीयत तो गुरु नानक पातशाह जानते सन। हुण वो जो शब्द की समाप्ति हुई तो गुरु नानक महाराज के अगे जाके कहन लगा, साईं फकीर मैनू ये कुछ समझा की गाया है, की बोलिया, तेरे बोल सज्जन सज्जन करके मैनू कह जापदे ने। हुण गुरु साहब जी ने सारी व्याख्या की। कहन दा भांडा होवे, उहदी कालख होवे, उहनूं धोई जाओ बाहरों। कोठे बड़े वधिया होण, चार सारे पासे चित्रकारी कीती होवे, पर जे विचों खाली ने, ਉਹਦੇ ਰਹਿਣ वाला ही कोई नहीं, ਉਹਦੀ की वैल्यू है। चिट्टे कपड़े खपा लवे, तीर्थां ते जाके वासा कर लवे, पर उत्थे जाके उस बगले वांगू जी अपना शिकार ही लभना है। दस असल च बगला हो सकता है? सिमल का रुख है, बड़ा उच्चा है, बड़ा वधिया है, ਉਹਨੂੰ देख के
ਆਉਂਦੇ ਨੇ ਪੰਛੀ ਭੁੱਲ ਜਾਂਦੇ ਨੇ, ਭੁਲੇਖਾ ਖਾ ਜਾਂਦੇ ਨੇ ਇਹਦੇ ਫਲ ਬੜੇ ਵਧੀਆ ਹੋਣਗੇ, ਨਾ ਉਹਦੇ ਫਲ ਚੰਗੇ ਨਾ ਫੁੱਲ ਚੰਗੇ। ਉਹਦੀ ਵੀ ਇਹ ਹਾਲਤ ਹੈ। ਤੇ ਇੱਕ ਅੰਨਾ ਮਨੁੱਖ ਭਾਰ ਚੁੱਕ ਲਵੇ, ਉਹ ਉੱਤੇ ਸਿਰ ਤੇ ਪੰਡ ਰੱਖ ਲਵੇ ਤੇ ਪਹਾੜਾਂ ਤੇ ਚੜ੍ਹਨਾ ਚਾਹੇ, ਨਾਮੁਮਕਿਨ ਬਾਤ ਹੈ। ਇੱਥੇ ਤਾਂ ਸਵਾਖੇ ਨਹੀਂ ਚੜ੍ਹ ਸਕਦੇ। ਅਖੀਰ ਤੇ ਸਤਿਗੁਰ ਕਹਿੰਦੇ, ਉਹ ਭੋਲਿਓ ਦੁਨੀਆ ਦੇ ਲੋਕੋ, ਇਹ ਆਪਣੀਆਂ ਸਿਆਣਪਾਂ, ਆਪਣੀਆਂ ਚਲਾਕੀਆਂ, ਇਹ ਖੁਸ਼ਾਮਦਾਂ, ਇਹ ਕਿਸੇ ਕੰਮ ਨਹੀਂ ਆਉਣੀਆਂ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟੇ ਜਿੱਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟੇ ਜਿੱਤ। ਉਹ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਯਾਦ ਕਰ। ਅੱਜ ਸੱਜਣ ਅਸਲ ਵਿੱਚ ਸੱਜਣ ਬਣ ਗਿਆ। ਇਹ ਗੱਲ ਵੱਖਰੀ ਹੈ ਕਿ ਸੱਜਣ ਤਾਂ ਗੁਰੂ ਨਾਨਕ ਦਾ ਸ਼ਬਦ ਸੁਣ ਕੇ ਸੱਜਣ ਬਣ ਗਿਆ, ਤੇ ਅਸੀਂ ਸੱਜਣ ਠੱਗ ਹੀ ਕਹੀ ਜਾਂਦੇ ਹਾਂ। ਅਸੀਂ ਸਾਰੇ ਗੁਰੂ ਨਾਨਕ ਦੀ ਬਾਣੀ ਸੁਣ ਕੇ ਠੱਗ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਸੱਜਣ ਕਹਾਉਣ ਦਾ ਦਾਅਵਾ ਕਰਦੇ ਹਾਂ। ਇਹ ਗੱਲ ਵੱਖਰੀ ਹੈ। ਲੇਕਿਨ ਗੁਰੂ ਨਾਨਕ ਦੀ ਨਜ਼ਰਾਂ ਵਿੱਚ ਸੱਜਣ ਠੱਗ ਨਹੀਂ ਸੀ, ਸੱਜਣ ਸੱਜਣ ਬਣ ਗਿਆ ਸੀ। ਪਰ ਇਹ ਦੁਨੀਆ ਦੀ ਅੱਗ ਹੈ। ਗੁਰੂ ਪਾਤਸ਼ਾਹ ਜੀ ਗੱਲ ਕਹਿੰਦੇ ਨੇ, ਪਾਂਡੇ ਦੇਖ, ਦੁਨੀਆ ਨੂੰ ਪਤਾ ਨਹੀਂ ਲੱਗਦਾ, ਕੁਝ ਸੁੱਝਦਾ ਨਹੀਂ ਹੈ, ਗੁੱਜੀ ਭਾਗ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਕਹਿੰਦੇ ਮੈਂ ਤਾਂ ਸਾਈਂ ਤੋਂ ਸ਼ੁਕਰਗੁਜ਼ਾਰ ਹਾਂ, ਉਸ ਸਾਈਂ ਦਾ, ਉਸ ਮਾਲਕ ਦਾ, ਉਸ ਪਰਮੇਸ਼ਰ ਦਾ, ਨਹੀਂ ਤਾਂ ਮੈਂ ਵੀ ਇਸ ਅੱਗ ਵਿੱਚ ਹੀ ਸੜ ਜਾਂਦਾ, ਮੈਂ ਵੀ ਸੜ ਜਾਂਦਾ। ਦੁਨੀਆ ਮੈਂ ਦੇਖੀ ਹੈ, ਇਹ ਦਰਵੇਸ਼ੀ ਬੜੀ ਔਖੀ ਹੈ, ਦਰਵੇਸ਼ੀ ਬੜੀ ਔਖੀ ਹੈ, ਇਹ ਬੜੀ ਹੈ, ਬਾਹਰੋਂ ਬਾਹਰੋਂ ਲੱਗਦਾ ਹੈ। ਦੁਨੀਆ ਦੀ ਪ੍ਰੀਤ ਕਿਹੋ ਜਿਹੀ ਹੈ? ਕਹਿੰਦੇ ਚੋਪੜੀ ਹੈ। ਸ਼ੇਖ ਫਰੀਦ ਜੀ ਕਹਿੰਦੇ ਚੋਪੜੀ ਕੀ ਹੁੰਦਾ? ਜਿਹੜੀ ਉੱਤੇ ਉੱਤੇ ਲਾਇਆ ਹੋਇਆ। ਆਪਾਂ ਕਹਿੰਦੇ ਰੋਟੀ ਚੋਪੜ ਦਿਓ, ਚੋਪੜ ਦਾ ਅਰਥ ਕੀ ਹੈ? ਵੀ ਉੱਤੇ ਉੱਤੇ ਲਾਉਣਾ। ਉਹਨੂੰ ਕਹਿੰਦੇ ਚੋਪੜ ਦਿੱਤਾ। ਤੇ ਅੱਜ ਦੁਨੀਆ ਕੀ ਕਰਦਾ ਹੈ? ਦੁਨੀਆ ਵੀ ਉੱਤੋਂ ਉੱਤੋਂ ਚੋਪੜੀ ਜੀ ਪ੍ਰੀਤ ਰੱਬ ਨਾਲ ਕਰਦੀ ਹੈ। ਅਸੀਂ ਕੀ ਕਰਦੇ ਹਾਂ? ਰੱਬ ਨਾਲ ਚੋਪੜੀ ਜੀ ਪ੍ਰੀਤ ਕਰਦੇ ਹਾਂ। ਉੱਤੋਂ ਉੱਤੋਂ ਪ੍ਰੀਤ ਹੈ ਸਾਡੀ। ਕੋਈ ਵਿਰਲੇ ਹੀ ਨੇ ਜਿਹੜੇ ਇਹ ਦਰਵੇਸ਼ੀ ਦੀ ਮਾਰਗ ਤੇ ਚੱਲਦੇ ਨੇ। ਮੈਂ ਤਾਂ ਦੇਖ ਲਿਆ ਦੁਨੀਆ ਨੂੰ ਫਿਰ ਕੇ, ਸੰਸਾਰ ਫਿਰ ਕੇ ਦੇਖ ਲਿਆ, ਸਾਰੀ ਦੁਨੀਆ ਫਿਰ ਕੇ ਦੇਖੀ, ਮੈਨੂੰ ਤਾਂ ਕੋਈ ਲੱਭਾ ਹੀ ਨਹੀਂ। ਔਰ ਮੈਂ ਤਾਂ ਵੇਖ ਰਿਹਾ ਕਿ ਬਹੁਤ ਦੁਨੀਆ ਉਰਲੇ ਪਾਸੇ ਤੇ ਡਿੱਗੀ ਜਾ ਰਹੀ ਹੈ, ਸੜੀ ਜਾ ਰਹੀ ਹੈ। ਤੇ ਗੁਰੂ ਪਾਤਸ਼ਾਹ ਜੀ ਦੇ ਇਹ ਬੋਲਾਂ ਦੀ, ਸ਼ੇਖ ਫਰੀਦ ਜੀ ਜਿਹੜੀ ਗੱਲ ਕਹਿੰਦੇ ਨਾ, ਕਿਜ ਨਾ ਬੁੱਝੈ ਕਿਜ ਨਾ ਸੁਝੇ, ਦੁਨੀਆ ਗੁੱਝੀ ਭਾ। ਦੁਨੀਆ ਛੁਪੀ ਹੋਈ ਅੱਗ ਹੈ, ਛੁਪੀ ਹੋਈ ਗੁੱਝੀ, ਬਲਦੀ ਸਾਰਿਆਂ ਦੇ ਅੰਦਰ ਹੀ ਹੈ। ਪਤਾ ਹੀ ਨਹੀਂ ਲੱਗਦਾ, ਸੁੱਝਦਾ ਹੀ ਨਹੀਂ, ਇਹਦੀ ਸਮਝ ਹੀ ਨਹੀਂ ਆਉਂਦੀ। ਪਤਾ ਉਦੋਂ ਹੀ ਲੱਗਦਾ ਜਦੋਂ ਸੜ ਕੇ ਸੁਆਹ ਕਰ ਦਿੰਦੀ ਹੈ। ਅੰਦਰ ਕਾਲਖ ਹੀ ਕਾਲਖ ਹੈ, ਅੰਦਰ ਕਾਲਖ ਹੀ ਕਾਲਖ ਹੈ। ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਝੀ ਭਾ। ਗੁੱਝੀ ਭਾ ਹੈ, ਅੱਗ ਹੈ। ਕਹਿੰਦੇ ਨੇ ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਾਮ ਭੀ ਦੰਜਾ ਆਏ। ਕਹਿੰਦੇ ਮੈਂ ਵੀ ਸੜ ਜਾਂਦਾ ਇਹਦੇ ਵਿੱਚ ਹੀ। ਦੰਜਾਂ ਦਾ ਅਰਥ ਸੜ ਜਾਣਾ। ਕਹਿੰਦੇ ਸਾਈਂ ਨੇ ਮੇਰੇ ਨੇ ਬਚਾ ਲਿਆ, ਮੇਰੇ ਤੇ ਮਿਹਰ ਦੀ ਹੱਥ ਰੱਖ ਕੇ। ਬਹੁਤ ਭਾਗਾਂ ਵਾਲੇ ਹਨ, ਕਿਉਂਕਿ ਦਰਦ ਦੀ ਦਰਵੇਸ਼ੀ ਬੜੀ ਔਖੀ ਹੈ। ਕਿਹੜੀ? ਸ਼ੇਖ ਫਰੀਦ ਜੀ ਕਹਿੰਦੇ ਫਰੀਦਾ ਦਰਵੇਸ਼ੀ ਗਾਖੜੀ, ਚੋਪੜੀ ਪ੍ਰੀਤ। ਸ਼ੇਖ ਫਰੀਦ ਦਾ ਸ਼ਲੋਕ ਨੰਬਰ 118 ਹੈ, ਫਰੀਦਾ ਦਰਵੇਸ਼ੀ ਗਾਖੜੀ, ਚੋਪੜੀ ਪ੍ਰੀਤ। ਲੋਕ ਗਾਖੜੀ ਦਾ ਹੁੰਦਾ ਔਖੀ, ਵੀ ਦਰਵੇਸ਼ੀ ਕਮਾਉਣੀ ਬਹੁਤ ਔਖੀ ਜੇ, ਬਹੁਤ ਔਖੀ ਹੈ ਦਰਵੇਸ਼ੀ ਕਮਾਉਣੀ। ਤੇ ਸਾਡੀ ਦਰਵੇਸ਼ੀ ਨਹੀਂ ਕਮਾਉਂਦੇ, ਅਸੀਂ ਚੋਪੜੀ ਦੀ ਉਤਰ ਉਹਦੇ ਲਈ ਪ੍ਰੀਤ ਕਰਦੇ ਹਾਂ। ਦਿਖਾਵੇ ਦੀ ਪ੍ਰੀਤ ਹੈ ਸਾਡੀ ਸਾਰੀ। ਅਸੀਂ ਦੁਨੀਆ ਨੂੰ ਦਿਖਾਉਣ ਦੀ ਪ੍ਰੀਤ ਕਰਦੇ ਹਾਂ, ਦੁਨੀਆ ਦੀ ਰੀਤ ਨਿਭਾਉਂਦੇ ਹਾਂ, ਦੁਨੀਆ ਨੂੰ ਦਿਖਾਉਣ ਲਈ ਧਰਮੀ ਆ। ਸੱਚਮੁੱਚ ਜੇ ਅੰਦਰੋਂ ਕਿਤੇ ਧਰਮੀ ਬਣ ਜਾਈਏ ਤੇ ਖੇੜਾ ਆ ਜਾਏ, ਜੀਵਨ ਦੇ ਵਿੱਚੋਂ ਸਾੜਪਨ ਖਤਮ ਹੋ ਜਾਏ, ਜੀਵਨ ਵਿੱਚੋਂ ਆਹ ਉਦਾਸੀਆਂ ਮੁੱਕ ਜਾਣ, ਜੀਵਨ ਵਿੱਚੋਂ ਨਫ਼ਰਤ ਮੁੱਕ ਜਾਏ, ਜੀਵਨ ਵਿੱਚ ਪਿਆਰ ਮੁਹੱਬਤ ਦੀ ਗੱਲ ਆਵੇ, ਇਸ ਜੀਵਨ ਵਿੱਚ ਲੋਕ ਭਲਾਈ ਦੀ ਗੱਲ ਆਵੇ। ਹਾਲੇ ਤਾਂ ਸੋਚ ਪਰਿਵਾਰ ਤੋਂ ਹੀ ਨਹੀਂ ਉੱਠੀ, ਪਰਿਵਾਰ ਤਾਂ ਛੱਡੋ, ਨਿੱਜ ਤੋਂ ਉੱਪਰ ਨਹੀਂ ਉੱਠੀ। ਇਨਸਾਨ ਮਰਨ ਕਿਨਾਰੇ ਹੋ ਜਾਂਦਾ, ਲੇਕਿਨ ਆਪਣੇ ਆਪ ਨੂੰ
ਹਲੇ ਵੀ ਨਹੀਂ ਸਮਝਦਾ ਕਿ ਮੈਂ ਦੁਨੀਆ ਦੀ ਬਾਜੀ ਹਾਰ ਚੱਲਿਆ। ਇਹ ਸੋਚ ਉੱਥੇ ਦੀ ਉੱਥੇ ਖੜੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਆ ਕਮਾਲ ਦੀਆਂ ਗੱਲਾਂ ਸਾਨੂੰ ਸਮਝਾਈਆਂ ਨੇ। ਤੇ ਸ਼ੇਖ ਫਰੀਦ ਜੀ ਕਿੰਨੀ ਵਧੀਆ ਗੱਲ ਕਰਦੇ ਨੇ, ਕਹਿੰਦੇ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨੈ ਚੱਲੀਐ ਦਰਵੇਸ਼ਾਂ ਕੀ ਰੀਤ। ਇਕਨ ਕਿਨੈ ਬਿਰਲੇ ਬਿਰਲੇ ਕੋਈ ਬਿਰਲੇ ਬਿਰਲੇ ਚੱਲਦੇ ਨੇ। ਕਿਹੜੇ? ਦਰਵੇਸ਼ਾਂ ਦੀ ਰੀਤ। ਇਹ ਦਰਵੇਸ਼ਾਂ ਦੀ ਰੀਤ ਤੇ ਕੋਈ ਬਿਰਲੇ ਬਿਰਲੇ ਤੁਰਦੇ ਨੇ, ਬਾਕੀ ਸਾਰੀ ਦੁਨੀਆ ਦਾ ਸਭ ਦਿਖਾਵਾ ਕਰ ਰਹੀ ਹੈ। ਪਰ ਕਮਾਲ ਦੀ ਗੱਲ ਹੈ। ਕਹਿੰਦੇ ਹਾਂ ਜੇ ਚੱਲਣਾ ਨਾ, ਇਹਦਾ ਇੱਕ ਢੰਗ ਹੈ, ਇੱਕ ਰਸਤਾ ਹੈ, ਇੱਕ ਸਿਧਾਂਤ ਹੈ ਮੇਰੇ ਕੋਲ। ਕਹਿੰਦੇ ਨੇ ਉਹ ਕਿਹੜਾ? ਇਸ ਤੋਂ ਪਹਿਲੇ ਸ਼ਲੋਕ ਨੂੰ ਆਪਾਂ ਹੋਰ ਪਿੱਛੇ ਨੂੰ ਚੱਲ ਪਈਏ। ਕਹਿੰਦੇ ਸਬਰ ਇਹ ਸੁਆਓ ਜੇ ਤੂੰ ਬੰਦਾ ਚਿੱਤ ਕਰੇ। ਸ਼ਲੋਕ ਨੰਬਰ 117 ਜਿਹੜਾ ਕਹਿੰਦੇ ਨੇ ਸਬਰ ਇਹ ਸੁਆਓ ਜੇ ਤੂੰ ਬੰਦਾ ਚਿੱਤ ਕਰੇ। ਕਹਿੰਦੇ ਇਹ ਢੰਗ ਹੈ ਬਸ, ਉਹ ਹੈ ਸੰਤੋਖੀ ਜੀਵਨ, ਉਹ ਹੈ ਸੰਤੋਖ ਦਾ ਜੀਵਨ। ਕਿਹੜਾ? ਜਦੋਂ ਸਬਰ ਦਾ ਅੰਦਰ ਸਬਰ ਆ ਜਾਏ। ਦੁਨੀਆਦਾਰ ਮਨੁੱਖ ਦੀਆਂ ਤੰਗ ਅੱਖਾਂ ਦੋ ਹੀ ਚੀਜ਼ਾਂ ਨਾਲ ਭਰਤੀਆਂ ਨੇ, ਜਾਂ ਸੰਤੋਖ ਸਬਰ ਨਾਲ ਤੇ ਜਾਂ ਕਬਰ ਦੀ ਮਿੱਟੀ ਦੇ ਨਾਲ। ਬਸ ਦੋ ਹੀ ਥਾਂ ਤੇ ਭਰਦੀਆਂ ਨੇ। ਸੰਤੋਖ ਆ ਜਾਏ, ਸਬਰ ਆ ਜਾਏ, ਫਿਰ ਭਰ ਜਾਂਦੀਆਂ ਨੇ, ਨਹੀਂ ਤਾਂ ਸੜ ਰਹੇ ਨੇ ਸਭ। ਹੋਰ 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 ਦੀ ਅੱਗ ਵਿੱਚ ਇਹ ਦੁਨੀਆ ਸੜ ਰਹੀ ਹੈ। ਕਹਿੰਦੇ ਨੇ ਸਬਰ ਇਹ ਸੁਆਓ ਜੇ ਤੂੰ ਬੰਦਾ ਚਿੱਤ ਕਰੇ, ਜੇ ਤੂੰ ਬੰਦਾ ਦਿੱਤ ਕਰੇ, ਦ੍ਰਿੜ ਕਰ ਲਵੇ। ਸੌਰੀ, ਮਾਫ ਕਰਨਾ ਜੀ। ਜੇ ਤੂੰ ਬੰਦਾ ਦਿੱਤ ਕਰੇ, ਦ੍ਰਿੜ ਕਰ ਲਵੇ। ਦਿੱਤ ਦਾ ਅਰਥ ਹੈ ਦ੍ਰਿੜ ਕਰਨਾ, ਪੱਕਾ ਕਰਨਾ। ਉਹ ਇਹ ਗੱਲ ਪੱਕੀ ਕਰ ਆਪਣੇ ਅੰਦਰ ਕਿ ਸਬਰ ਹੈ, ਇਹੋ ਹੀ ਢੰਗ ਹੈ। ਫਿਰ ਕੀ ਕਹਿੰਦੇ ਨੇ? ਕਹਿੰਦੇ ਨੇ ਫਿਰ ਦੇਖ ਵੱਧ ਥੀਵੇਂ ਦਰਿਆਓ ਟੂਟ ਨਾ ਥੀਵੇਂ ਬਹੜਾ। ਕਹਿੰਦੇ ਫਿਰ ਵਹਿਣਾ ਵਾਂਗੂ ਤੂੰ ਨਾਲਿਆਂ ਵਾਂਗੂ ਨਹੀਂ ਤੁਰੇਗਾ, ਟੋਏ ਟਿੱਬਿਆਂ ਵਾਂਗੂ ਨਹੀਂ ਤੁਰੇਗਾ। ਫਿਰ ਦਰਿਆ ਬਣ ਕੇ ਜੀਵੇਗਾ, ਦਰਿਆ ਬਣ ਕੇ ਖੁੱਲੇ ਦਿਲ ਵਾਲਾ, ਜਿਹਦੇ ਜੋ ਜਿਹੜੀ ਮਰਜ਼ੀ ਨਦੀ ਆ ਕੇ ਵਿੱਚ ਸਮਾ ਜਾਏ। ਵੱਧ ਥੀਵੇਂ ਦਰਿਆਓ। ਦਰਿਆ ਆਪਣੇ ਬਹਿਣ ਸਮੁੰਦਰਾਂ ਵਿੱਚ ਜਾਂਦੇ ਨੇ, ਛੋਟੀ ਛੋਟੀਆਂ ਨਾਲੇ ਨਦੀਆਂ, ਤਾਂ ਉੱਥੇ ਹੀ ਪਾਣੀ ਰੁਕ ਜਾਂਦਾ ਹੈ, ਜਿਨ੍ਹਾਂ ਚ ਕੀੜੇ ਕਰਮ ਪੈਦਾ ਹੋ ਜਾਂਦੇ ਨੇ। ਇਹਨਾਂ ਚ ਇਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੀਆਂ। ਮੰਜ਼ਿਲ ਕੀ ਹੈ? ਮਕਸੂਦ ਕੀ ਹੈ? ਆਪਣੇ ਸਮੁੰਦਰ ਵੀ ਸਮਾਉਣਾ। ਉਹ ਵੱਧ ਥੀਵੇਂ ਦਰਿਆਓ, ਨਹੀਂ ਸੜੇਗਾ, ਨਹੀਂ ਮਰੇਗਾ। ਕਦੋਂ? ਜਦੋਂ ਤੂੰ ਉਸ ਦਰਿਆ ਬਣ ਜਾਏਗਾ, ਦਰਿਆ ਦੇ ਤਰ੍ਹਾਂ ਹੋ ਜਾਏਗੀ। ਅੰਦਰੋਂ ਇਹ ਮੇਰ ਤੇਰੇ ਦੀ ਪੰਡ ਮੁੱਕ ਜਾਏਗੀ। ਪਰ ਪਾਂਡੇ ਦੇਖ, ਦੁਨੀਆ ਤਾਂ ਜੋ ਮੈਂ ਵੇਖਿਆ ਹੈ, ਜੋ ਮੈਂ ਦੇਖਿਆ ਹੈ, ਮੈਂ ਢੂੰਡ ਫਿਰੀ ਹਾਂ, ਹਰ ਥਾਂ ਇਹੋ ਹੀ ਵੇਖਿਆ ਕਿ ਇਸ ਤ੍ਰਿਸ਼ਨਾ ਦੇ ਭਾਵ ਵਿੱਚ ਢਹਿ ਢਹਿ ਪਵਨ ਕਰਾਰ ਉਰਲੇ ਪਾਸੇ ਡਿੱਗੀ ਜਾਂਦੇ ਨੇ, ਇੱਕ ਉਰਲੇ ਪਾਸੇ ਡਿੱਗੀ ਜਾਂਦੇ ਨੇ। ਫਿਰ ਢੰਡੋਲਤ ਢੂੰਡਤ ਹੋਂ ਫਿਰੀ ਢਹਿ ਢਹਿ ਪਵਨ ਕਰਾਰ। ਭਾਰੇ ਢਹਿਤੇ ਢਹਿ ਪੇ ਹੋਲੇ ਨਿਕਸੇ ਪਾਰ। ਭਾਰੇ, ਜਿਨ੍ਹਾਂ ਦੇ ਸਿਰ ਤੇ ਗੁਨਾਹਾਂ ਦੀ ਪੰਡ ਹੈ, ਜਿਨ੍ਹਾਂ ਦੇ ਸਿਰ ਦੇ ਉੱਤੇ ਪਾਪਾਂ ਦੀ ਪੰਡ ਹੈ, ਜਿਨ੍ਹਾਂ ਦੇ ਸਿਰ ਦੇ ਉੱਤੇ ਤ੍ਰਿਸ਼ਨਾ ਦੀ ਪੋਟਲੀ ਚੁੱਕੀ ਹੋਈ ਹੈ, ਜਿਨ੍ਹਾਂ ਨੇ ਬੰਨ ਉਠਾਈ ਪੋਟਲੀ ਦੀ ਗੱਲ ਹੈ, ਜਿਨ੍ਹਾਂ ਨੇ ਡੂੰਗਰ ਵਾੜ ਚੜ੍ਹਨਾ ਹੈ ਪਰ ਸਿਰ ਤੇ ਭਾਰ ਰੱਖਿਆ ਹੋਇਆ, ਭਾਰੇ ਪਾਪਾਂ ਨਾਲ ਭਰੇ ਹੋਏ। ਭਾਰੇ ਕਿਹੜੇ? ਗੁਨਾਹਾਂ ਨਾਲ ਭਰੇ ਹੋਏ। ਢਹਿਤੇ, ਢਹਿਤੇ ਦਰਦ ਢਹਿੰਦਿਆਂ ਹੀ, ਵੜਦਿਆਂ ਹੀ, ਡਿੱਗਦਿਆਂ ਹੀ। ਢਹਿ ਪਏ, ਢਹਿ ਗਏ, ਡਿੱਗ ਪਏ। ਕਿਹੜੇ? ਜਿਹੜੇ ਭਾਰੇ ਹਨ,
ਹੌਲੇ ਜਿਹੜੇ ਹਲਕੇ ਹਨ, ਨਿਕਸੇ ਪਾਰ, ਪਾਰ ਹੋ ਗਏ। ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਮੈਂ ਇਸ ਸੰਸਾਰ ਦਾ ਸਰਵੇ ਕੀਤਾ, ਸਰਵੇਖਣ ਕੀਤਾ, ਤੇ ਫਿਰ ਕਰਦੀ ਹਾਂ। ਸੰਸਾਰ ਸਾਗਰ ਦੇ ਕਿਨਾਰੇ ਤੇ ਵੇਖਿਆ ਕੀ ਹੈ, ਹਲਕੇ ਤੇ ਸਾਰੇ ਭਾਰੇ ਉੱਥੇ ਖੜੇ ਨੇ। ਭਾਵ ਜਿਹਨਾਂ ਦੇ ਅੰਦਰ ਵਾਹਿਗੁਰੂ ਦੀ ਬੰਦਗੀ ਹੈ, ਇੱਕ ਪਾਸੇ ਗੁਨਾਹਾਂ ਦਾ ਭਾਰ ਹੈ, ਦੋਨੇ ਖੜੇ ਨੇ ਉੱਥੇ। ਤੇ ਜਿਹੜੇ ਹਲਕੇ ਦੇ ਭਾਰੇ ਕੰਢੇ ਤੇ ਡਿੱਗ ਡਿੱਗ ਕੇ ਵਿੱਚ ਪੈ ਰਹੇ ਨੇ, ਪਰ ਪਾਪਾਂ ਨਾਲ ਭਾਰੇ, ਗੁਨਾਹਾਂ ਨਾਲ ਭਾਰੇ, ਬੰਨ ਉਠਾਈ ਪੋਟਲੀ ਵਾਰੇ ਤਾਂ ਡਿੱਗਦਿਆਂ ਹੀ ਉੱਥੇ ਡੁੱਬ ਗਏ। ਪਰ ਜਿਹੜੇ ਹਲਕੇ ਸੀ, ਜਿਨ੍ਹਾਂ ਦੇ ਸੁਰਖਰੂ ਸਨ, ਉਹ ਪਾਰ ਪੈ ਹੋ ਗਏ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਤੇ ਜਿਨ੍ਹਾਂ ਨੇ ਗੁਨਾਹਾਂ ਦੀ ਪੋਟਲੀ ਚੁੱਕੀ ਹੋਈ ਸੀ, ਉਹ ਉੱਥੇ ਹੀ ਡੁੱਬ ਗਏ। ਇਸ ਤ੍ਰਿਸ਼ਨਾ ਦੇ ਭਾਰ ਕਰਕੇ, ਇਸ ਮਾਇਆ ਦੀ ਮੋਹ ਕਰਕੇ ਇਸ ਸੰਸਾਰ ਸਾਗਰ ਤੋਂ ਪਾਰ ਨਾ ਹੋ ਸਕੇ। ਪਰ ਜਿਨ੍ਹਾਂ ਦੇ ਸਿਰ ਉੱਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ ਹੌਲੇ ਹੋਣ ਕਰਕੇ ਪਾਰ ਲੰਘ ਜਾਂਦੇ ਹਨ। ਭਾਰੇ ਢਹਿਤੇ ਢਹਿ ਪਏ, ਹੌਲੇ ਨਿਕਸੇ ਪਾਰ। ਕਹਿੰਦੇ ਮੈਂ ਤਾਂ ਦੇਖਿਆ ਵੀ ਇੱਥੇ ਕੋਈ ਆਉਂਦਾ ਹੈ, ਕੋਈ ਜਾਂਦਾ ਹੈ, ਇੱਕ ਵਾਹਿਗੁਰੂ ਚ ਲੀਨ ਰਹਿੰਦਾ ਹੈ, ਇੱਕ ਵਾਹਿਗੁਰੂ ਤੋਂ ਟੁੱਟਿਆ ਹੋਇਆ ਹੈ। ਔਰ ਜਿਹੜੇ ਵਾਹਿਗੁਰੂ ਤੋਂ ਟੁੱਟੇ ਹੋਏ ਨੇ, ਉਹਨਾਂ ਨੂੰ ਨਾ ਧਰਤੀ ਝੱਲਦੀ ਹੈ, ਨਾ ਆਕਾਸ਼ ਝੱਲਦਾ ਹੈ, ਉਹਨਾਂ ਨੂੰ ਕੋਈ ਝੱਲਦਾ ਹੀ ਨਹੀਂ। ਉਹ ਮੰਦਭਾਗੇ ਹਨ, ਕਰਮਹੀਨ ਹਨ, ਉਹ ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ। ਪਰ ਜੇ ਕਿਤੇ ਗੁਰੂ ਮਿਲ ਜਾਏ, ਕਿ ਪਾਂਡੇ ਗੁਰੂ ਮਿਲ ਜਾਏ, ਜੇ ਗੁਰੂ ਦੀ ਸ਼ਰਨ ਵਿੱਚ ਪੈ ਜਾਣ, ਤਾਂ ਗੁਰੂ ਇਸ ਸੰਸਾਰ ਸਾਗਰ ਜੋ ਅੱਗ ਨਾਲ ਭਰਿਆ ਹੋਇਆ ਹੈ, ਜੋ ਜ਼ਹਿਰ ਦਾ ਸਾਗਰ ਜਿਹਨੂੰ ਕਿਹਾ ਗਿਆ ਹੈ, ਇਹ ਗੁਰ ਸ਼ਬਦ ਦੇ ਕਿਰਪਾ ਨਾਲ ਉਹ ਵੀ ਪਾਰ ਹੋ ਜਾਂਦੇ ਹਨ। ਇੱਕ ਆਵੇਂ ਇੱਕ ਜਾਵੇਂ ਆਈ, ਇੱਕ ਨਿਕਾਈ, ਇੱਕ ਆਵੇਂ ਇੱਕ ਜਾਵਹੀ ਆਈ, ਇੱਕ ਹਰ ਰਾਤੇ ਰਹੇ ਸਮਾਈ। ਦੁਨੀਆ 'ਚ ਤਾਂ ਮੈਂ ਦੇਖ ਲਿਆ ਵੀ ਆਉਂਦੇ ਨੇ ਜਾਂਦੇ ਨੇ, ਆਉਣ ਦਾ ਜੰਮਣ ਮਰਨ ਦਾ ਚੱਕਰ ਜਿਹੜਾ ਬਣਿਆ ਹੋਇਆ, ਅਨੇਕਾਂ ਹੀ ਆਉਂਦੇ ਨੇ, ਅਨੇਕਾਂ ਹੀ ਤੁਰੇ ਜਾਂਦੇ ਨੇ। ਇੱਕ ਆਵੇਂ ਇੱਕ ਜਾਵੀਂ ਆਈ, ਇੱਕ ਹਰ ਰਾਤੇ ਰਹੇ ਸਮਾਈ। ਬਚਨ ਗੁਰੂ ਨਾਨਕ ਦੇਵ ਮਹਾਰਾਜ ਦਾ ਆਸਾ ਰੱਖਦਾ ਹੈ। ਕਹਿੰਦੇ ਨੇ ਇੱਕ ਧਰਨ ਗਗਨ ਮੈਂ ਠੌਰ ਨਾ ਪਾਵੇਂ, ਸੇ ਕਰਮਹੀਨ ਹਰ ਨਾਮ ਨਾ ਧਿਆਵੇਂ। ਧਰਨ ਧਰਤੀ, ਕਿੰਨੇ ਆਏ ਕਿੰਨੇ ਚਲੇ ਗਏ, ਇਹਨਾਂ ਤੋਂ ਧਰਤੀ ਸਮਾਨ ਕੋਈ ਵੀ ਨਹੀਂ ਚੱਲਦਾ। ਇਹ ਮਾੜੇ ਭਾਗਾਂ ਵਾਲੇ ਹਨ, ਹਰ ਨਾਮ ਨਾ ਧਿਆਵੇਂ। ਪਰ ਜੇ ਗੁਰ ਪੂਰੇ ਤੇ ਗਤਮਿਤ ਪਾਈ, ਜੇ ਗੁਰੂ ਦੇ ਮਤੋਂ ਇਹਨਾਂ ਨੂੰ ਗਤਮਿਤ ਪਾ ਲੈਣ, ਫਿਰ ਕੀ ਹੋਏਗਾ? ਇਹ ਸੰਸਾਰ ਵਿਖਵਤ ਅਤ ਭਉਜਲ ਗੁਰ ਸ਼ਬਦੀ ਹਰ ਪਾਰ ਲੰਘਾਈ। ਫਿਰ ਗੁਰੂ ਇਹਨਾਂ ਨੂੰ ਪਾਰ ਕਰ ਦਿੰਦਾ ਹੈ। ਇਹ ਭਉਜਲ ਹੈ ਸੰਸਾਰ, ਇਹਦੇ ਚ ਲਹਿਰਾਂ ਉੱਠ ਰਹੀਆਂ ਨੇ। ਇਹ ਸੰਸਾਰ ਕਿਹੋ ਜਿਹਾ ਹੈ? ਅਸੀਂ ਇਹ ਸੋਚੀਏ, ਇੱਕ ਪਾਸੇ ਅਸੀਂ ਸਿਰ ਤੇ ਭਾਰ ਦੀ ਪੰਡ ਚੁੱਕੀ ਹੋਈ ਹੈ, ਤੇ ਦੂਜੇ ਪਾਸੇ ਅਸੀਂ ਕਹੀਏ ਅਸੀਂ ਬੜੇ ਧਰਮੀ ਪੁਰਸ਼ ਹਾਂ, ਜਾਂ ਗੁਨਾਹ ਇਸ ਸੰਸਾਰ ਸਾਗਰ ਤੋਂ ਪਾਰ ਲੰਘਣਾ ਚਾਹੁੰਦੇ ਹਾਂ। ਇਹ ਤਾਂ ਹੋ ਗਿਆ ਵੀ ਕਲਰ ਦੀ ਖੇਤੀ ਵਿੱਚ ਬੀਜ ਦਈਏ ਤਾਂ ਉਹ ਬੀਜ ਵੀ ਵਿਅਰਥ ਚਲੇ ਜਾਂਦਾ, ਬੀਜ ਉਗਦਾ ਤਾਂ ਹੈ ਨਹੀਂ। ਕਰਲਾਟ ਕਲਰ ਵਾਲੀ ਜ਼ਮੀਨ ਵਿੱਚ ਬੀਜ ਨਹੀਂ ਉਗਦਾ, ਖੇਤੀ ਨਹੀਂ ਹੁੰਦੀ। ਅਸੀਂ ਕਲਰ ਦੀ ਖੇਤੀ 'ਚ ਬੀਜ ਬੀਜਦੇ ਹਾਂ, ਸਿਰ ਉੱਤੇ ਭਾਰ ਚੁੱਕ ਕੇ, ਪੰਡ ਚੁੱਕ ਕੇ ਵੀ ਅਸੀਂ ਕਹਿੰਦੇ ਹਾਂ ਨਹੀਂ ਅਸੀਂ ਗੁਰੂ ਵਾਲੇ ਹਾਂ, ਅਸੀਂ ਗੁਰੂ ਵਾਲੇ ਹਾਂ। ਅਸੀਂ ਸਾਡੀ ਜੀਵਨ ਦੀ ਖੇਡ ਕੁਛ ਇਸ ਤਰ੍ਹਾਂ ਦੀ ਹੈ। ਇਹ ਤਾਂ ਹੋ ਗਿਆ ਕਲਰ ਦੀ ਖੇਤੀ ਵਿੱਚ ਪਾਇਆ ਹੋਇਆ ਬੀਜ ਉਗਣਾ ਨਹੀਂ। ਦਰਿਆਵਾਂ ਦੇ ਕੰਢੇ ਤੇ ਰੁੱਖਾਂ ਨੂੰ ਕੋਈ ਆਸਰਾ ਬਣਾ ਕੇ ਬੈਠ ਜਾਏ, ਦਰਿਆਵਾਂ ਦੇ ਕੰਢੇ ਤੇ ਇਨਸਾਨ ਜਾ ਕੇ ਜਿਹੜੇ ਉੱਗੇ ਹੋਏ ਰੁੱਖ ਨੇ ਉਹਨੂੰ ਕਹੇ ਜੀ ਬਸ ਮੈਂ ਇੱਥੇ ਟਿਕਾਣਾ ਬਣਾਉਣਾ, ਤੇ ਫਿਰ ਬੇਵਕੂਫ ਹੈ, ਕਮਲਾ ਹੈ। ਕਿਉਂ? ਉਹਦੀ ਵੱਡੀ ਭੁੱਲ ਹੈ।
ਪਤਾ ਨਹੀਂ ਕਦੋਂ ਦਰਿਆਵਾਂ ਦੇ ਬਹਿਣ ਇਹਨਾਂ ਰੁੱਖਾਂ ਨੂੰ ਰੋੜ ਕੇ ਨਾਲ ਲੈ ਜਾਣਗੇ। ਕੀ ਪਤਾ ਕਦੋਂ ਰੋੜ ਕੇ ਨਾਲ ਲੈ ਜਾਣਗੇ, ਕਿਉਂਕਿ ਦਰਿਆਵਾਂ ਦੇ ਕਿਨਾਰੇ ਤੇ ਉੱਗੇ ਹੋਏ ਰੁੱਖਾਂ ਦਾ ਆਸਰਾ ਨਹੀਂ ਹੁੰਦਾ। ਤੇ ਜਿੱਥੇ ਕੋਈ ਕਾਲ ਖੁੱਡ ਉੱਡ ਕੇ ਪੈਂਦੀ ਹੋਵੇ, ਉੱਥੇ ਚਿੱਟੇ ਕੱਪੜੇ ਪਹਿਨਣ ਵਾਲੇ ਮਨੁੱਖ ਇਹ ਆਸ ਰੱਖਣ ਵੀ ਇਹਨੂੰ ਕਾਲਖ ਨਾ ਲੱਗੇ, ਤਾਂ ਉਹਦੀ ਭੁੱਲ ਹੈ। ਵੀ ਚਿੱਟੇ ਕੱਪੜੇ ਪਾ ਕੇ ਇਹ ਆਸ ਰੱਖੀਏ ਵੀ ਇਹਨੂੰ ਕਾਲਖ ਨਾ ਲੱਗੇ, ਵੱਡੀ ਬੜੀ ਬੜੀ ਵੱਡੀ ਭੁੱਲ ਹੈ। ਇਹ ਸੰਸਾਰ ਤ੍ਰਿਸ਼ਨਾ ਦੀ ਕਾਲੀ ਕੋਠੜੀ ਹੈ। ਇਹ ਪਾਂਡੇ ਸਮਝ ਗੱਲ। ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ ਇਸ ਕਾਲੀ ਕੋਠੜੀ ਤੋਂ ਨਿਕਲਣ ਲਈ। ਜਿਹੜਾ ਇਸ ਕਾਲੀ ਕੋਠੜੀ ਵਿੱਚ ਫਸ ਜਾਂਦਾ ਉਹ ਜਲਦੀ ਇਹਦੇ ਤੋਂ ਨਿਕਲ ਨਹੀਂ ਸਕਦਾ। ਇਸ ਕਾਲਖ ਦੀ ਕੋਠੜੀ ਤੋਂ ਨਿਕਲ ਨਹੀਂ ਸਕਦਾ। ਉਹ ਤਾਂ ਹੰਕਾਰ ਚ ਗਰਕ ਹੋ ਜਾਂਦਾ ਹੈ। ਉਹਦਾ ਆਤਮਿਕ ਜੀਵਨ ਤ੍ਰਿਸ਼ਨਾ ਦੀ ਅੱਗ ਵਿੱਚ ਜਿਹੜਾ ਹੈ ਉਹ ਸੜ ਜਾਂਦਾ ਹੈ। ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਜਾਂਦਾ ਹੈ। ਇਹ ਕੱਜਲ ਦੀ ਕੋਠੜੀ ਚੋਂ ਲੰਘਣਾ ਕੋਈ ਸੌਖੀ ਬਾਤ ਹੈ। ਕਹਿੰਦੇ ਕੇਵਲ ਇੱਕ ਦਾ ਨਹੀਂ, ਰਾਜਿਆਂ ਦਾ, ਪਰਜਾਂ ਦਾ, ਦੁਨੀਆ ਦਾ, ਜਿੱਧਰ ਝਾਤ ਮਾਰ ਕੇ ਦੇਖ ਲਓ, ਕੀ ਭਾਰੇ ਢਾਈਤੇ ਢਾਏ ਪਏ, ਹੋਲੇ ਨਿਕਸੇ ਭਾਰੇ ਤਾਂ ਸਨਾਤ ਹੈ। ਇਹ ਜਗਤ ਵਿੱਚ ਉਹ ਕਿੱਥੇ ਹਨ? ਸਭ ਆਪੋ ਆਪਣੇ ਤ੍ਰਿਸ਼ਨਾ ਦੀ ਮਾਇਆ ਦੇ ਧੌਂਸੇ ਵਜਾ ਕੇ ਇੱਥੋਂ ਤੁਰ ਗਏ। ਸਭ ਧੌਂਸੇ ਵਜਾ ਕੇ ਚਲੇ ਗਏ। ਦੇਖਿਆ ਮੈਂ ਤਾਂ, ਕਹਿੰਦੇ ਇਹ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਗੱਲ ਵੇਖੀ ਹੈ ਵੀ ਸਭ ਆਪੋ ਆਪਣੇ ਧੌਂਸੇ ਵਜਾ ਕੇ ਇੱਥੋਂ ਤੁਰ ਗਏ ਹਨ। ਜੋ ਆਇਆ ਉਹਨੇ ਚਲੇ ਹੀ ਜਾਣਾ, ਉਹਨੇ ਇੱਥੇ ਰਹਿਣਾ ਹੀ ਨਹੀਂ। ਇਹ ਇੱਥੇ ਨਹੀਂ ਰਹਿ ਸਕਦਾ। ਇਸ ਕਰਕੇ ਇਹ ਪਾਪਾਂ ਦੀ ਪੰਡ ਸਿਰ ਤੇ ਚੁੱਕ ਕੇ ਇਹ ਸੋਚ ਲਵੇ ਕਿ ਅਸੀਂ ਸੰਸਾਰ ਤੋਂ ਪਾਰ ਹੋ ਜਾਾਂਗੇ, ਨਾਮੁਮਕਿਨ ਬਾਤ ਹੈ। ਤਾਂ ਸਤਿਗੁਰੂ ਜੀ ਕਹਿੰਦੇ ਮੈਂ ਤਾਂ ਵੇਖਿਆ, ਮੇਰੇ ਅੱਖਾਂ ਦੇ ਸਾਹਮਣੇ ਸਾਗਰ ਦੇ ਕੰਢੇ ਤੇ ਜਾ ਕੇ ਵੇਖ ਲਿਆ ਵੀ ਜਿਨ੍ਹਾਂ ਨੇ ਸਿਰ ਉੱਤੇ ਗੁਨਾਹਾਂ ਦੀ ਤ੍ਰਿਸ਼ਨਾ ਦੀ ਪੰਡ ਚੁੱਕੀ ਸੀ, ਉਹ ਤਾਂ ਡਿੱਗਦਿਆਂ ਹੀ ਉਹਦੇ ਚ ਪੈਰ ਪਾਉਂਦੇ ਹੀ ਡਿੱਗ ਕੇ ਮਰ ਗਏ। ਤੇ ਜਿਹੜੇ ਹਲਕੇ ਸਨ, ਜਿਨ੍ਹਾਂ ਦੇ ਕੋਲ ਕੇਵਲ ਵਾਹਿਗੁਰੂ ਦੀ ਬੰਦਗੀ ਸੀ, ਉਹਦੀ ਯਾਦ ਸੀ, ਜਿਨ੍ਹਾਂ ਦੇ ਸਿਰ ਤੇ ਕੋਈ ਭਾਰ ਨਹੀਂ ਸੀ, ਬਿਲਕੁਲ ਆਜ਼ਾਦ ਸੀ, ਉਹ ਨਿਕਸੇ ਪਾਰ ਹੋ ਗਏ। ਅਮਰ ਅਜਾਚੀ ਹਰ ਮਿਲੇ, ਤਿਨ ਕੈ ਹੋਂ ਬਲ ਜਾਉ, ਤਿਨ ਕੀ ਧੂੜ ਅਕੁਲੀਐ, ਸੰਗਤ ਮੇਲ ਮਿਲਾਓ। ਇੱਕ ਮਰਨਾ ਹੁੰਦਾ, ਇੱਕ ਅਮਰ ਹੁੰਦਾ। ਜਿਹੜਾ ਮਰਦਾ ਨਹੀਂ, ਅਵਿਨਾਸ਼ੀ, ਸਦਾ ਕਾਇਮ ਰਹਿਣ ਵਾਲਾ। ਜਾਚੀ, ਜਾਚਣਾ ਕੀ ਹੁੰਦਾ? ਮੰਗਣਾ। ਕਿਸ ਨੂੰ ਜਾਂਚੀ, ਕਿਸ ਅਰਾਧੀ, ਜਾਂ ਸਭ ਕੋ ਕੀਤਾ ਹੋਸੀ। ਜਾਂਚੀ ਦਾ ਕਿਹਦੇ ਕੋਲੋਂ ਮੰਗਾ, ਕਿਹਦੀ ਹੋਰ ਅਰਾਧਨਾ ਕਰਾਂ। ਅਜਾਚੀ ਜਿਹੜਾ ਕਿਸੇ ਕੋ ਮੰਗਦਾ ਨਹੀਂ, ਭਾਵ ਜਿਹੜਾ ਦਾਤਾ ਹੈ, ਜਿਹੜਾ ਵੱਡਾ ਹੈ, ਸਭ ਤੋਂ ਵੱਡਾ। ਕੌਣ ਨਹੀਂ ਮੰਗਦਾ? ਜਿਹੜਾ ਸਭ ਤੋਂ ਵੱਡਾ ਹੈ, ਸਭ ਕੁਝ ਦੇਣ ਦੇ ਸਮਰੱਥ ਹੈ। ਉਸ ਮਾਲਕ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਲਫ਼ਜ਼ ਵਰਤੇ ਹਨ, ਉਸ ਪਰਮੇਸ਼ਰ ਦੇ ਲਈ। ਇਹ ਪਾਂਡੇ ਜਿਨ੍ਹਾਂ ਨੂੰ ਉਹ ਅਵਿਨਾਸ਼ੀ ਪ੍ਰਭੂ, ਅਮਰ ਤੇ ਅਜਾਚੀ, ਜਿਹੜਾ ਸਭ ਤੋਂ ਵੱਡਾ ਹੈ, ਜਿਹੜਾ ਸਭ ਦਾ ਮਾਲਕ ਹੈ, ਜਿਹਨੂੰ ਉਹ ਮਿਲ ਗਿਆ, ਭਾਵ ਸਦਾ ਕਾਇਮ ਰਹਿਣ ਵਾਲਾ ਤੇ ਵੱਡਾ, ਜਿਨ੍ਹਾਂ ਨੂੰ ਮਿਲ ਗਿਆ ਹੈ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਸਦਕੇ ਹਾਂ, ਉਹਨਾਂ ਤੋਂ ਮੈਂ ਕੁਰਬਾਨ ਹਾਂ। ਮੈਂ ਔਰ ਪਾਰ ਲੰਘਣ ਵਾਲੇ ਜਿਹੜੇ ਬੰਦੇ ਨੇ, ਜਿਨ੍ਹਾਂ ਦੇ ਸਿਰ ਤੇ ਭਾਰ ਨਹੀਂ ਹੈ, ਉਹਨਾਂ ਦੇ ਬੰਦਿਆਂ ਤੋਂ ਸਦਕੇ ਹਾਂ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਦਾ ਜੋ ਅਮਰ ਹੈ, ਜੋ ਅਜਾਚੀ ਹੈ, ਵੱਡਾ ਹੈ, ਅਵਿਨਾਸ਼ੀ ਹੈ, ਉਹ ਮਿਲ ਪਿਆ ਹੈ। ਇਸ ਕਰਕੇ ਉਹ ਪਾਰ ਹੋ ਗਏ। ਫਿਰ ਮੈਂ ਕੀ ਕਰਾਂ? ਕਹਿੰਦੇ ਤਿੰਨ ਕੀ ਧੂੜ ਅਕੁਲੀਐ। ਅਕੁਲੀਏ ਦਾ ਹੁੰਦਾ ਛੁੱਟ ਜਾਣਾ,
ਘੁਲਦਾ ਹੁੰਦਾ ਘੁਲ ਜਾਣਾ, ਆਪਾਂ ਕਹਿੰਦੇ ਘੁਲ ਗਿਆ, ਘੁਲ ਗਿਆ ਦਾ ਵਿੱਚ ਘੁਲ ਗਿਆ, ਘੁਲਿਆ ਜਿਹੜਾ ਸੰਸਾਰ ਦੀ ਮੋਹ ਮਮਤਾ ਵਿੱਚ ਨਹੀਂ ਘੁਲਿਆ। ਤੇ ਕਹਿੰਦੇ ਨੇ ਛੁੱਟ ਜਾਈਦਾ ਹੈ, ਤਰ ਜਾਈਦਾ ਹੈ, ਪਾਰ ਹੋ ਜਾਈਦਾ ਹੈ। ਜਿਹੜੇ ਤਿੰਨ ਕੀ ਧੂੜ ਅਘੁਲੀਐ ਸੰਗਤ ਮੇਲ ਮਿਲਾਓ। ਹੁਣ ਇੱਥੇ ਧੂੜ ਦਾ ਲਫ਼ਜ਼ ਆ ਗਿਆ। ਇਹ ਧੂੜ ਕੀ ਹੈ? ਉਹਨਾਂ ਦੀ ਸੰਗਤ ਆ, ਨਾਲ ਹੀ ਕਲੈਰਿਟੀ ਕਰਤੀ ਵੀ ਮੈਂ ਉਹਨਾਂ ਦੇ ਸੰਗਤ ਵਿੱਚ, ਉਹਨਾਂ ਦੇ ਇਕੱਠ ਵਿੱਚ ਰਹਾ। ਤੇ ਮਾਲਕ ਮੈਨੂੰ ਉਹਨਾਂ ਨਾਲ ਮਿਲਾ, ਕਿਉਂਕਿ ਮੈਂ ਉਹਨਾਂ ਦੇ ਸੰਗਤ ਵਿੱਚ, ਉਹਨਾਂ ਦੇ ਇਕੱਠ ਵਿੱਚੋਂ ਜਾ ਕੇ ਤੇਰੇ ਨਾਮ ਨੂੰ ਆਪਣੇ ਦਿਲ 'ਚ ਪੱਕਾ ਕਰ ਲਵਾਂ। ਉਹਨਾਂ ਤੋਂ ਸਦਕੇ ਜਾਵਾਂ, ਉਹਨਾਂ ਤੋਂ ਬਲਿਹਾਰ ਜਾਵਾਂ, ਉਹਨਾਂ ਤੋਂ ਕੁਰਬਾਨ ਜਾਵਾਂ। ਕਿਹਨਾਂ ਤੋਂ? ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋ ਕੁਰਬਾਨੇ ਜਾਊਂ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਹੋ ਸਦ ਕੁਰਬਾਨੇ ਜਾਊਂ। ਉਹਨਾਂ ਤੋਂ ਸਦਕੇ, ਉਹਨਾਂ ਤੋਂ ਬਲਿਹਾਰ, ਮੈਨੂੰ ਉਹਨਾਂ ਦੀ ਸੰਗਤ ਮੇਲ। ਆਪਾਂ ਤਾਂ ਹੀ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਏ। ਇਹ ਭਾਵਨਾ ਹੈ। ਗੁਰਬਾਣੀ ਦੀ ਭਾਵਨਾ ਨੂੰ ਅਰਦਾਸ ਦੇ ਸ਼ਬਦਾਂ 'ਚ ਵਰਣਨ ਕੀਤਾ ਗਿਆ ਵੀ ਇਹ ਸੰਗਤ ਮੇਲ, ਜਿਹੜੇ ਸੰਗਤ ਵਿੱਚ ਬੈਠ ਕੇ, ਜਿਹੜੇ ਪਿਆਰਿਆਂ ਵਿੱਚ ਬੈਠ ਕੇ ਮੈਨੂੰ ਤੇਰਾ ਨਾਮ ਚਿਤ ਆ ਜਾਏ, ਤੇਰੇ ਨਾਮ ਨਾਲ ਮੈਂ ਜੁੜ ਜਾਵਾਂ, ਤੇਰੇ ਨਾਮ ਨਾਲ ਮੇਰੀ ਪ੍ਰੀਤ ਬਣ ਜਾਏ, ਉਹਨਾਂ ਨਾਲ ਮੇਰੇ ਮਿਲਾਪ ਕਰ। ਤਿੰਨ ਕੀ ਧੂੜ ਅਘੁਲੀਐ ਸੰਗਤ ਮੇਲ ਮਿਲਾਉ। ਉਹਨਾਂ ਦੇ ਨਾਲ ਫਿਰ ਕੀ ਕਰੀਏ? ਮੇਰਾ ਮਨ ਸੰਤ ਜਨਾ ਪਗ ਰੇਨ, ਹਰ ਹਰ ਕਥਾ ਸੁਣੀ ਮਿਲ ਸੰਗਤ, ਮਨ ਕੋਰਾ ਹਰ ਰੰਗ ਭੇਨ। ਮੇਰਾ ਮਨ ਸੰਤ ਜਨਾ ਪਗ ਰੇਨ। ਕਹਿੰਦੇ ਨੇ ਮੇਰਾ ਮਨ ਉਹਨਾਂ ਸੰਤ ਜਨਾਂ ਦੀ, ਉਸ ਰੰਗਿਆ ਹੋਇਆਂ ਦੀ ਚਰਨਾਂ ਦੀ ਧੂੜ ਬਣ ਜਾਏ। ਕਮਾਲ ਦਾ ਕਵਿਤ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਇਸੇ ਗੱਲ ਨੂੰ ਬਿਆਨ ਕਰਦਿਆਂ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਬਚਨ ਕਹੇ ਨਾ, ਮੇਰਾ ਮਨ ਸੰਤ ਜਨਾ ਪਗ ਰੇਨ, ਹਰ ਹਰ ਕਥਾ ਸੁਣੀ ਮਿਲ ਸੰਗਤ, ਮਨ ਕੋਰਾ ਹਰ ਰੰਗ ਭੇਨ। ਚੜ ਜਾਂਦਾ ਰੰਗ ਜੇ ਕੋਰਾ ਮਨ ਹੋਵੇ ਤਾਂ। ਜੇ ਮਨ ਦੇ ਉੱਤੇ ਕੁਛ ਹੋਰ ਹੈ ਫਿਰ ਗੱਲ ਬਣਦੀ ਨਹੀਂ। ਅਖੀਰ ਤੇ ਜਾ ਕੇ ਸਤਿਗੁਰੂ ਜੀ ਇਸੇ ਵਿੱਚ ਹੀ ਅਗਲੇ ਜਾ ਕੇ ਬਚਨ ਕਹਿੰਦੇ ਨੇ, ਹਰ ਕੇ ਸੰਤ ਮਿਲੇ ਮਨ ਪ੍ਰੀਤਮ, ਕਟ ਦੇਵੂ ਹੀਰਾ ਤੇਨ। ਜੇ ਮੈਨੂੰ ਮਿਲ ਜਾਣ ਤਾਂ ਮੈਂ ਆਪਣਾ ਦਿਲ ਕੱਟ ਕੇ ਰੱਖ ਲਿਆ। ਹਰ ਕੇ ਸੰਤ ਮਿਲੇ, ਹਰ ਮਿਲਿਆ ਹਮ ਕੀਏ ਪਤਤ ਪਵੇਨ। ਸਾਨੂੰ ਪਤਤ ਨੂੰ ਪਵਿੱਤਰ ਕਰ ਦਿੰਦੇ ਨੇ, ਉਹ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ। ਹਰ ਕੇ ਜਨ ਉੱਤਮ ਜਗ ਕਹੀਏ, ਜਿਨ ਮਿਲਿਆ ਪਾਥਰ ਸੇਨ। ਜਨ ਕੀ ਮਹਿਮਾ ਵਰਨ ਨ ਸਾਕੂ, ਕੋਈ ਉੱਤਮ ਹਰ ਹਰ ਕੇਨ। ਉਹਨਾਂ ਦੀ ਵਰਨ ਮਹਿਮਾ ਹੀ ਨਹੀਂ ਬਿਆਨ ਕੀਤੀ ਜਾ ਸਕਦੀ। ਕਿਹਨਾਂ ਦੀ? ਤਿੰਨ ਕੀ ਧੂੜ ਅਘੁਲੀਐ ਸੰਗਤ ਮੇਲ ਮਿਲਾਉ। ਉਹਨਾਂ ਦੀ ਧੂੜ ਜਿਹੜੇ ਤੇਰੇ ਚ ਰੰਗੇ ਹੋਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਨੱਕ ਪੈਰ ਦੇ ਨਹੁੰ ਤੋਂ, ਸਿੱਖ ਸਿਰ ਦੀ ਚੋਟੀ ਤੱਕ, ਲੋ ਦਾ ਅਰਥ ਦਾ ਤੱਕ। ਨੱਕ ਸਿਸ ਲੋ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਸਗਲ ਅੰਗ ਰੋਮ ਰੋਮ ਕਰ। ਵੀ ਬਰੀਕ ਵਾਲਾਂ ਤੋਂ ਬਰੀਕ ਆਪਣੇ ਅੰਗਾਂ ਨੂੰ ਕੱਟ ਕੇ। ਹੁਣ ਇੱਥੇ ਕੱਟਣਾ ਤਾਂ ਕੀ ਮਤਲਬ ਹੈ? ਹੁਣ ਜੇ ਆਪਾਂ ਇਹ ਚਰਨ ਧੂੜ ਦੀ ਗੱਲ ਕਰੀਏ ਤੇ ਅੰਗ ਅੰਗ ਰੋਮ ਰੋਮ ਕਰਨ ਦੀ ਗੱਲ ਕਰੀਏ, ਫਿਰ ਤਾਂ ਮਨੁੱਖ ਖਤਮ ਹੀ ਹੋ ਗਿਆ। ਨਿਮਰਤਾ ਹੈ, ਪਿਆਰ ਹੈ। ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ,
काट काट सिखण के चरण पर वारिया। फिर कहते करा कि अग ने जलाए फुन पीसन पिसाए ताहे, अग च पा के सड़ के पी लवा। फिर की होवे, लै उडे पवन हुए अनेक प्रकार ही है। कहते हवा लैके उन्होंने उड़ जाए। ते फिर की करे हवा, जत कत सिख पग धरे गुर पंथ प्रात, ताहू ताहू मार्ग में भस्म को डारिया। जिथे किते गुरु का प्यारा लंघदा होवे सवेरे वेले, कहते ने मेरे वो चरना की धूड़ उत्थे डिग पवे, भाव मैं इन्ना क हो जा उहदे थले लेट जावां। ताहू ताहू मार्ग में भस्म को, मेरे उस साड़े हुए भस्म नूं उत्थे पा दिओ, भाव इन्नी निमरता है। तो फिर कहते तेह पद पादक चरण लिव लागी रहे, दया के दयाल मोहे पतत उधारिए। ये दया दे दयाल मैनू पतत नूं भी कर कि मेरी सिर भी उत्थे लगी रहे, उन्हां वांगू मैं भी तेरे वर्गा हो जावां, उन्हां वर्गा हो जावां, तेरे दर दा कुकर बन जावां। हे मेरे मालका मैनू उत्थे उन्हां वर्गा कर दे, उन्हां दी संगत बख्श दे। तिन की धूड़ अघुलीए संगत मेल मिलाओ, मन दिया गुर अपने पाया निर्मल नाओ। जिस मनुख ने अपने सतगुरु दी राही अपना मन प्रभु नूं दिता तो फिर उन्होंने की मिलिया, पवित्र नाम मिल गया। मन दिया गुर अपने पाया निर्मल नाओ, उन्होंने गुरु दी राही नाम मिल गया। जिन नाम दी आतिश सेव सां तिस बलिहारे जाऊं। जिन्हें नाम दिता मैं फिर ओदी आराधना करा, मैं उस तो सदके जावां, उस तो कुर्बान जावां, मैं उस गुरु तो सदके आ, उसे गुरु की सेवा करा जिसे मैनू नाम की दात बख्शी है। इस गुरु की शरण विच आं, तिस बलिहारे सदके जावां, बलिहार जावां, सेवा करा जिन नाम दिया तिस सेव सां। फिर कहते जो उसारे सो ढासी, तिस बिन अवर ना कोई। लोए परमात्मा ही जगत नूं बनाउण वाला है, ते परमात्मा ही जगत नूं खत्म करने वाला है, नाश करने वाला है। और कोई ताकत नहीं, और कोई ताकत नहीं। तू ही एक ऐसा है जिहड़ा अडोल है, तेरे तो बिना होर सब आन जान है। तू भन्नण घड़न दे समर्थ है, भन्नण वाला भी है, घड़न वाला भी तू है, करने वाला भी है, कराउण वाला भी तू है। तो सब हिरदिया विच आप ही वसिया होया है। मालका मैं की कहां, मैं तो यही कह सकदा कीमत कह न जाइए, सच शाह अडोला है, तेरी कीमत नहीं कही जा सकती। सिद्ध साधक ज्ञानी ध्यानिया कौन तुद नूं तोलै, कौन तेरे ज्ञान बयान करे, कौन तेरी कोई ज्ञानवान हो, सिद्ध हो, साधक हो, किहड़ा तेरी उपमा कर सकता है। हाले तक तो शब्द ही नहीं बने जिन्हां शब्दां नाल तेरी उपमा करदे हैं। बस तेनू तो वाह 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 ही शब्द है, तेरे लिए होर शब्द ही नहीं है। बस वाह, हर वाह, बेअंत 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 बेअंता बेअंत गुण तेरे हैं। किवें गल करा, तू भन्नण घड़ समर्थ है, उपत सब परलै। ये मालका तू तो भन्नण घड़ दे समर्थ है, करन कारण समर्थ है, घट घट सब बोले, सारे च बोलता भी है। रिजक समाहे सब से क्या मानस डोलै, गहर गंभीर अथा तू गुण ज्ञान अमूल है। सोई कम कवामना किया तुर मौले, तुदों बाहर किछ नहीं नानक गुण बोले। तेरे तो बिना कुछ नहीं, तू ही करने वाला है, तू ही ढाउण वाला है। मैं तेरे ही गुण गाउंदा हाँ, इस वास्ते तेरे गुण गाने ही मेरे जीवन का निशाना है। तेरे गुण गाने ही मेरे जीवन का मार्ग है, तेरे गुणों नूं गाउणा ही है। तिस बिन अवर ना कोई, तेरे तो बिना कोई है नहीं।
ਤੂੰ ਸੰਸਾਰ ਬਣਾ ਸਕਦਾ ਹੈ, ਸੰਸਾਰ ਖਤਮ ਕਰ ਸਕਦਾ ਹੈ, ਨਾਸ਼ ਕਰ ਸਕਦਾ ਹੈ। ਤੇਰੀ ਮਰਜ਼ੀ ਹੈ ਇਸ ਕਾਇਨਾਤ ਨੂੰ ਖਤਮ ਕਰਨ ਲੱਗਿਆ ਇੱਕ ਖਿੰਨ ਪਲ ਦਾ, ਅੱਖ ਦੇ ਫੋਰ ਦਾ ਸਮਾਂ ਹੋਵੇ, ਕਾਇਨਾਤ ਖਤਮ ਹੋ ਜਾਂਦੀ ਹੈ। ਜੋ ਉਸਾਰੇ ਸੋਟਾ ਹੱਸੀ, ਪ੍ਰਭੂ ਆਪ ਹੀ ਜਗਤ ਦੀ ਰਚਨਾ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਵੀ ਉਹੀ ਹੈ। ਉਸ ਤੋਂ ਬਿਨਾਂ ਐਸੀ ਸਮਰੱਥਾ ਵਾਲਾ ਹੋਰ ਕੋਈ ਹੈ ਹੀ ਨਹੀਂ, ਤੇ ਸਿਵਨ ਅਵਰ ਨਾ ਕੋਈ। ਐਸੀ ਤਾਕਤ ਵਾਲੀ ਹੋਰ ਕੋਈ ਦੂਜੀ ਦੂਜਾ ਨਹੀਂ ਹੈ, ਉਹਦਾ ਕੋਈ ਸ਼ਰੀਕ ਕੋਈ ਨਹੀਂ, ਕਿਉਂਕਿ ਉਹਦੇ ਵਰਗਾ ਕੋਈ ਨਹੀਂ। ਉਹਦੇ ਵਰਗਾ ਹੋਵੇ ਤਾਂ ਉਹਦਾ ਕੋਈ ਸ਼ਰੀਕ ਹੋਵੇ, ਉਹ ਤਾਂ ਨਿਰਸ਼ਰੀਕ ਹੈ, ਉਹਦੇ ਵਰਗਾ ਹੀ ਕੋਈ ਨਹੀਂ ਹੈ, ਉਹਦਾ ਕੋਈ ਸ਼ਰੀਕ ਬਣ ਨਹੀਂ ਸਕਦਾ। ਤੇ ਸਾਹਿਬ ਜੀ ਫਿਰ ਕਹਿਣ ਲੱਗੇ, ਜੇ ਮੈਂ ਸਤਿਗੁਰ ਦੀ ਮਿਹਰ ਨਾਲ ਗੁਰ ਪ੍ਰਸਾਦੀ ਕੀ ਕਰਾਂ, ਤੇ ਸਮਲਾ ਉਹਨੂੰ ਯਾਦ ਕਰਾਂ, ਉਹਦੀ ਸਿਮਰਨ ਕਰਾਂ, ਉਹਦੀ ਬੰਦਗੀ ਕਰਾਂ। ਫਿਰ ਕਹਿੰਦੇ ਨੇ ਵਿਕਾਰਾਂ ਦੀ ਪੋਟਲੀ ਦਾ ਭਾਰ ਲੱਥਦਾ, ਜਿਹੜੀ ਮੈਂ ਸਿਰ ਤੇ ਚੁੱਕੀ ਹੋਈ ਹੈ। ਗੁਰ ਪ੍ਰਸਾਦੀ ਤੇ ਸਮਲਾ ਤਾਂ ਤਨ ਦੁੱਖ ਨਾ ਹੋਏ। ਵੀ ਜੇ ਸਤਿਗੁਰ ਦੀ ਮਿਹਰ ਨਾਲ ਮੈਂ ਉਹਨੂੰ ਸਿਮਰਦੇ ਰਹਾਂ, ਉਹਦੀ ਯਾਦ ਵਿੱਚ ਜੁੜਿਆ ਰਹਾਂ, ਤਾਂ ਸਰੀਰ ਵਿੱਚ ਕੋਈ ਦੁੱਖ ਨਹੀਂ ਪੈਂਦਾ, ਭਾਵ ਉੱਥੇ ਕੋਈ ਵਿਕਾਰ ਨਹੀਂ ਉੱਠਦਾ। ਉਸ ਸਰੀਰ ਵਿੱਚ ਉਹ ਪੋਟਲੀ ਦਾ ਭਾਰ ਉਹਨੂੰ ਚੁੱਕਣਾ ਨਹੀਂ ਪੈਂਦਾ। ਜੇ ਉਹ ਹੋਲੇ ਹਨ, ਕਿਹੜੇ ਹੋਲੇ ਹਨ, ਕਿਹੜੇ ਹੋਲੇ ਹਨ, ਤਾਂ ਤਨ ਦੁੱਖ ਨਾ ਹੋਏ। ਇਹ ਹੋਲੇ ਹਨ ਜਿਨ੍ਹਾਂ ਨੇ ਪੋਟਲੀ ਚੁੱਕੀ ਹੋਈ, ਭਾਰੇ ਹਨ, ਭਾਰੇ ਡਿੱਗਦਿਆਂ ਸਾਰੇ ਡੁੱਬ ਜਾਂਦੇ ਹਨ, ਪਰ ਹੋਲੇ ਜਿਹੜੇ ਸੰਸਾਰ ਭਵਰ ਤੋਂ ਪਾਰ ਹੋ ਜਾਂਦੇ ਹਨ। ਤੇ ਹੁੰਦੇ ਕਿਵੇਂ ਨੇ? ਸਤਿਗੁਰ ਦੀ ਮਿਹਰ ਨਾਲ, ਉਹਦੀ ਯਾਦ ਵਿੱਚ ਜੁੜ ਕੇ, ਉਹਦੀ ਬੰਦਗੀ ਵਿੱਚ ਜੁੜ ਕੇ, ਉਸ ਵਾਹਿਗੁਰੂ ਦੇ ਨਾਮ ਵਿੱਚ ਜੁੜ ਕੇ। ਬਸ ਇਹੋ ਹੀ ਅਰਦਾਸ ਕਰ, ਆਪਣੇ ਹਰ ਪੈ ਬੇਨਤੀ ਕਹੀਏ, ਚਾਰ ਪਦਾਰਥ ਆਨੰਦ ਮੰਗਲ ਨੇ ਦਸੂਖ ਸਹਿਜ ਸਿੱਧ ਲਈਏ। ਬੇਨਤੀ ਕਰ ਉਹਦੇ ਅੱਗੇ, ਮਾਨ ਤਿਆਗ ਹਰ ਚਰਨੀ ਲਾਗੂ, ਤਿਸ ਪ੍ਰਭ ਅੰਚਲ ਗਈਏ। ਆਪਣਾ ਮਾਨ ਥੱਕ ਕੇ, ਤਾਨ ਛੱਡ ਕੇ, ਹੰਕਾਰ ਛੱਡ ਕੇ, ਹਉਮੈ ਛੱਡ ਕੇ, ਵੱਡਾਪਨ ਛੱਡ ਕੇ ਉਹਦੇ ਚਰਨਾਂ ਤੇ ਡਿੱਗ ਪੈ, ਉਹਦੇ ਚਰਨਾਂ ਤੇ ਰਹਿ ਪੈ। ਅੰਚਲ ਲਾਗੇ ਅਗਨ ਸਾਗਰ ਤੇ ਸ਼ਰਨ ਸੁਆਮੀ ਅਹੀਏ। ਉਹਦਾ ਪੱਲਾ ਫੜ ਔਰ ਸ਼ਰਨ ਵਿੱਚ ਜਾ, ਅੰਚਲ ਨਾਲ ਲੱਗ ਜਾ। ਅਗਨ ਸਾਗਰ ਤੇ ਜੇ ਤਰਨਾ ਹੈ ਨਾ, ਇਸ ਅਗਨ ਸਾਗਰ ਤੋਂ, ਤਾਂ ਉਹਦਾ ਪੱਲਾ ਫੜ। ਕੋਟ ਪਰਾਧ ਮਹਾ ਅਕਿਰਤ ਕਨ, ਬਹੁਰ ਬਹੁਰ ਪ੍ਰਭ ਸਹੀ ਹੈ। ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤੀਸਰ ਨਹੀਂ ਹੈ। ਉਹ ਕਿਰਪਾ ਦਾ ਘਰ ਹੈ, ਉਹ ਪਾਰ ਉਤਾਰਾ ਕਰਨ ਵਾਲਾ ਹੈ, ਉਹਦੀ ਸ਼ਰਨ ਵਿੱਚ ਪੈ। ਗੁਰ ਪ੍ਰਸਾਦੀ ਤੇ ਸੰਭਲਾ ਤਾਂ ਤਨ ਦੁੱਖ ਨਾ ਹੋਏ। ਫਿਰ ਦੁੱਖ ਨਹੀਂ ਆਉਂਦਾ, ਫਿਰ ਵਿਕਾਰਾਂ ਦੀ ਪੋਟਲੀ ਦਾ ਭਾਰ ਸਿਰ ਤੇ ਚੁੱਕਣਾ ਨਹੀਂ ਪੈਂਦਾ। ਇਹ ਭਾਂਡੇ ਆਪਣੇ ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਲਿਖ, ਜਿਸ ਪੱਟੀ ਤੇ ਨਾਮ ਲਿਖਿਆ ਹੋਇਆ, ਤੇ ਉਹ ਸੰਸਾਰ ਭਵਜਲ ਤੋਂ ਪਾਰ ਹੋ ਜਾਏਗਾ। ਤਾਂ ਸਤਿਗੁਰੂ ਜੀ ਇਸ ਪੌੜੀ ਵਿੱਚ ਬਚਨ ਕਰਦੇ ਹਨ, ਸਮੁੰਦਰ ਦਾ ਕਿਨਾਰਾ ਹੈ, ਸੰਸਾਰ ਦਾ ਕੋਈ ਕਿਨਾਰਾ ਨਹੀਂ। ਸਮੁੰਦਰ ਦੇ ਤਾਂ ਫਿਰ ਕਿਨਾਰੇ ਹੁੰਦੇ ਨੇ, ਪਰ ਸੰਸਾਰ ਸਾਗਰ ਦਾ ਕੋਈ ਕਿਨਾਰਾ ਨਹੀਂ। ਜੀਵ ਜਿਤਨਾ ਜੀ ਕਰੇ ਲੱਭੀ ਜਾਏ, ਢੂੰਢੀ ਜਾਏ, ਅਖੀਰ ਢਹਿ ਕੇ ਢੇਰੀ ਹੋ ਜਾਂਦਾ ਹੈ। ਇਸ ਪੌੜੀ 'ਚ ਸਤਿਗੁਰੂ ਜੀ ਨੇ ਮਨੁੱਖਾਂ ਨੂੰ ਸੰਸਾਰ ਸਾਗਰ ਵਿੱਚ ਡੁੱਬਦਾ ਵੇਖਿਆ, ਜਿਹੜੇ ਹੰਕਾਰ ਨਾਲ ਭਾਰੇ ਹਨ, ਜਿਨ੍ਹਾਂ ਨੇ ਸਿਰ ਉੱਤੇ ਪਾਪਾਂ ਦੀ ਪੰਡ ਚੁੱਕੀ ਹੋਈ ਹੈ, ਗੁਨਾਹਾਂ ਦੀ ਪੰਡ ਚੁੱਕੀ ਹੋਈ ਹੈ, ਉਹ ਇਸ ਸੰਸਾਰ ਵਿੱਚ ਡੁੱਬਦੇ ਹਨ। ਹਾਂ, ਸਦਕੇ ਜਾਈਏ ਉਹਨਾਂ ਪਿਆਰਿਆਂ ਤੋਂ, ਉਹਨਾਂ ਗੁਰਮੁਖਾਂ ਤੋਂ, ਜਿਨ੍ਹਾਂ ਨੇ ਅਮਰ ਤੇ ਅਜਾਚੀ ਪ੍ਰਭੂ ਨੂੰ ਸਿਮਰ ਕੇ ਇਸ ਸੰਸਾਰ ਭਵਜਲ ਤੋਂ ਪਾਰ ਹੋ ਗਏ ਹਨ। ਤਾਂ ਬੇਨਤੀ ਕਰੀਏ ਸਤਿਗੁਰੂ ਜੀਓ, ਅਗਨ ਸਾਗਰ ਬੂਢ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਤੇ ਮਾਲਕਾ ਸਾਡੀ ਬਾਂਹ ਫੜ ਕੇ ਵੀ ਸਾਨੂੰ ਇਸ ਭਵਜਲ ਤੋਂ ਪਾਰ ਕਰਦੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।